Good afternoon, all. Very good afternoon to all. बच्चे ਅੱਜ ਦਾ ਜੋ ਟੌਪਿਕ ਹੈ ਫਸਟ ਆਫ ਆਲ ਦੱਸਣਾ ਚਾਹ ਰਹੇ ਹਾਂ ਕਿ ਸਾਡਾ ਸੀਡੀਪੀ ਦਾ ਜਿਹੜਾ ਕੋਰਸ ਸਟਾਰਟ ਹੋ ਚੁੱਕਾ ਠੀਕ ਹੈ ਜਿਸ ਦੇ ਬਾਰੇ ਇਸ ਟੌਪਿਕ ਹੈ ਸਾਡਾ ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ ਮਤਲਬ ਕਹਿਣ ਦਾ ਮਤਲਬ ਕੀ ਹੈ ਵੀ ਜੋ ਅਗਰ ਗੱਲ ਕੀਤੀ ਜਾਵੇ ਅਗਰ ਮੈਂ ਗੱਲ ਕਰਾਂ ਜੈਂਡਰ ਦੇ ਅਕੋਰਡਿੰਗ ਠੀਕ ਹੈ ਲਾਈਕ ਇਹ ਵਰਡ ਦੋ ਵਰਡ ਦੇ ਨਾਲ ਮਿਲ ਕੇ ਜੁੜਿਆ ਠੀਕ ਹੈ ਲਾਈਕ ਸਮਥਿੰਗ ਦੀ ਗੱਲ ਸਿੰਪਲ ਜੀ ਗੱਲ ਹੈ ਠੀਕ ਹੈ ਇਹਦੇ ਵਿੱਚ ਅਗਰ ਗੱਲ ਕਰਾਂ ਜੈਂਡਰ ਇੱਕ ਵਰਡ ਹੁੰਦਾ ਤੁਹਾਡਾ ਸੈਕਸ ਇੱਕ ਤੁਹਾਡਾ ਹੁੰਦਾ ਵਰਡ ਜੈਂਡਰ ਦੋਨਾਂ ਨੂੰ ਹਿੰਦੀ ਦੇ ਵਿੱਚ ਅਸੀਂ ਲਿੰਕ ਬੋਲਦੇ ਹਾਂ ਦੋਨਾਂ ਨੂੰ ਹਿੰਦੀ ਦੇ ਵਿੱਚ ਕੀ ਬੋਲਦੇ ਹਾਂ ਅਸੀਂ ਲਿੰਕ ਬੋਲਦੇ ਹਾਂ ਲੇਕਿਨ ਗੱਲ ਕੀਤੀ ਜਾਵੇ ਤਾਂ ਜਿਹੜਾ ਸੈਕਸ ਵਰਡ ਜੁੜਿਆ ਉਹ ਤੁਹਾਡੇ ਕਾਰੇ ਕਰਕੇ ਜੁੜਿਆ ਬਾਇਓਲੋਜੀਕਲ ਕਰਕੇ ਜੁੜਿਆ ਹੋਇਆ ਠੀਕ ਹੈ ਜੀ ਬਾਇਓਲੋਜੀਕਲ ਵਰਡ ਤੋਂ ਹੋਇਆ ਤੇ ਜਿਹੜਾ ਤੁਹਾਡਾ ਜੈਂਡਰ ਵਰਡ ਹੈ ਉਹ ਸੋਸ਼ਲ ਵਰਡ ਤੋਂ ਜੁੜ ਮਿਲ ਕੇ ਬਣਿਆ ਕਹਿਣ ਦਾ ਮਤਲਬ ਦੋਨੋਂ ਵਰਡ ਸੇਮ ਨੇ ਸੈਕਸ ਹੁੰਦਾ ਕੀ ਹੈ ਜੈਂਡਰ ਕੀ ਹੁੰਦਾ ਹੈ ਦੋਨੋਂ ਵਰਡ ਸੇਮ ਨੇ ਲਿੰਕ ਜਿਹਨੂੰ ਅਸੀਂ ਬੋਲਦੇ ਹਾਂ ਲੇਕਿਨ ਜਿਹੜਾ ਸੈਕਸ ਹੈ ਵਰਡ ਹੈ ਉਹ ਬਾਇਓਲੋਜੀਕਲ ਫੈਕਟਰਸ ਤੋਂ ਬਣ ਕੇ ਮਿਲਿਆ ਉਹ ਜਿਹੜਾ ਤੁਹਾਡਾ ਆਪਣਾ ਜੈਂਡਰ ਹੈ ਜਿਹਦੇ ਵਿੱਚ ਮੇਲ ਵੀ ਆਉਂਦੇ ਨੇ ਔਰ ਫੀਮੇਲ ਵੀ ਆਉਂਦੇ ਨੇ ਉਹ ਸਾਡਾ ਸੋਸ਼ਲ ਐਕਟੀਵਿਟੀ ਤੋਂ ਮਿਲ ਕੇ ਬਣਿਆ ਕਹਿਣ ਦਾ ਮਤਲਬ ਕੀ ਹੈ ਅਗਰ ਟੌਪਿਕ ਦਾ ਨਾਮ ਹੈ ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ ਮਤਲਬ ਕਿ ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਦੀ ਗੱਲ ਕਰਾਂਗੇ ਜੈਂਡਰ ਦੇ ਰੋਲਸ ਕਿਹੜੇ ਕਿਹੜੇ ਨੇ ਕਿਹੜੇ ਕੰਮ ਮੈਨ ਕਰਨਗੇ ਕਿਹੜੇ ਕੰਮ ਵੂਮੈਨਸ ਕਰਨਗੀਆਂ ਜੈਂਡਰ ਬਾਇਸਨੈਸ ਕੀ ਹੁੰਦੀ ਹੈ ਕਿਸ ਤਰ੍ਹਾਂ ਭੇਦਭਾਵ ਕੀਤਾ ਜਾਂਦਾ ਹੈ ਵਾਕਈ ਇਹ ਕੰਮ ਮੇਲ ਕਰਨਗੇ ਵਾਕਈ ਉਹ ਕੰਮ ਫੀਮੇਲ ਕਰਨਗੇ ਕਿਉਂ ਕਰਨਗੇ ਐਸਾ ਭੇਦਭਾਵ ਕਿਉਂ ਹੈ ਔਰ ਉਸ ਤੋਂ ਬਾਅਦ ਉਹਦੇ ਕੁਝ ਅਸੀਂ ਐਜੂਕੇਸ਼ਨਲ ਪ੍ਰੈਕਟਿਸਿਸ ਦੀ ਗੱਲ ਕਰਾਂਗੇ ਐਜੂਕੇਸ਼ਨਲ ਪ੍ਰੈਕਟਿਸਿਸ ਮਤਲਬ ਜਿਹੜੀ ਚੀਜ਼ਾਂ ਸ਼ੁਰੂ ਤੋਂ ਚੱਲਦੀ ਆ ਰਹੀਆਂ ਜੋ ਨੋਸ਼ਨ ਸਾਡੇ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਉਹ ਨੋਸ਼ਨਸ ਨੂੰ ਅਸੀਂ ਆਪਣੇ ਐਜੂਕੇਸ਼ਨਲ ਪ੍ਰੈਕਟਿਸ ਦੇ ਵਿੱਚ ਕਿਸ ਤਰ੍ਹਾਂ ਰਿਮੂਵ ਕਰ ਸਕਦੇ ਹਾਂ ਕਹਿਣ ਦਾ ਮਤਲਬ ਜਿਹੜੇ ਬਾਇਸਨੈਸ ਕੀਤੀ ਜਾਂਦੀ ਹੈ ਲਾਈਕ ਮੇਲ ਔਰ ਫੀਮੇਲ ਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਮੇਲ ਔਰ ਫੀਮੇਲ ਦਾ ਜਿਹੜਾ ਆਪਸ ਵਿੱਚ ਭੇਦਭਾਵ ਕੀਤਾ ਜਾਂਦਾ ਹੈ ਕਿ ਜਿਹੜੇ ਕੰਮ ਮੇਲ ਕਰਦੇ ਨੇ ਉਹ ਫੀਮੇਲ ਕਿਉਂ ਨਹੀਂ ਕਰ ਸਕਦੀਆਂ ਜਿਹੜੇ ਕੰਮ ਫੀਮੇਲ ਕਰਦੀ ਉਹ ਮੇਲ ਕਿਉਂ ਨਹੀਂ ਕਰ ਸਕਦੇ ਇਹਦੇ ਵਿੱਚ ਜਿਹੜਾ ਭੇਦਭਾਵ ਚੱਲਦਾ ਵੇ ਉਸ ਨੂੰ ਅਸੀਂ ਪ੍ਰੈਕਟੀਕਲ ਵੇ ਦੇ ਨਾਲ ਐਜੂਕੇਸ਼ਨ ਪ੍ਰੈਕਟਿਸ ਵਿੱਚ ਲੈ ਕੇ ਉਸ ਚੀਜ਼ ਨੂੰ ਕੀ ਕਰਨਾ ਹੈ ਰਿਮੂਵ ਕਰ ਸਕਦੇ ਹਾਂ ਕਿਹੜੀ ਕਿਹੜੀ ਚੀਜ਼ਾਂ ਆਉਣ ਟਾਈਮ ਵਿੱਚ ਫਿਊਚਰ ਜਨਰੇਸ਼ਨ ਵਾਸਤੇ ਬੈਨੀਫਿਟ ਦੇ ਸਕਦੀਆਂ ਨੇ ਇਹਦੇ ਵਿੱਚ ਕੁਝ ਇੰਪਲੀਕੇਸ਼ਨਸ ਨੇ ਉਹ ਤੁਹਾਡੇ ਵਾਸਤੇ ਨੈਗੇਟਿਵ ਇਫੈਕਟ ਵੀ ਦੇ ਸਕਦੇ ਨੇ ਤੁਹਾਡੇ ਵਾਸਤੇ ਪੋਜ਼ਿਟਿਵ ਇਫੈਕਟ ਵੀ ਦੇ ਸਕਦੇ ਨੇ ਠੀਕ ਹੈ ਬਟ ਚੈਪਟਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਕੁਝ ਦੱਸਣਾ ਚਾਹੂੰਗਾ ਅੱਜ ਇਸ ਸੀਡੀਪੀ ਦੇ ਬੈਚ ਦੇ ਵਿੱਚ ਆਈ ਮੀਨ ਟੂ ਪੀਟੈਟ ਦੇ ਬੈਚ ਪੀਐਸਟੈਟ ਦੇ ਬੈਚ ਦੇ ਵਿੱਚ ਕੁਝ ਬੱਚੇ ਨਏ ਆਏ ਨੇ ਫਸਟ ਆਫ ਆਲ ਉਹਨਾਂ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਜੋ ਟੌਪਿਕ ਸਾਡੇ ਹੋ ਚੁੱਕੇ ਨੇ ਉਹ ਟੌਪਿਕ ਤੁਸੀਂ ਐਪ ਦੇ ਵਿੱਚੋਂ ਪਹਿਲਾਂ ਸੁਪਰਵਾਈਜ਼ ਕਰੋਗੇ ਸਾਰਾ ਦੇਖੋਗੇ ਆਬਜ਼ਰਵ ਕਰੋਗੇ ਉਸ ਤੋਂ ਬਾਅਦ ਅਗਲੇ ਲੈਕਚਰ ਨੂੰ ਫਾਰਵਰਡ ਕਰੋਗੇ ਲੇਕਿਨ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਸਿਲੇਬਸ ਕਾਲਜ ਲੈ ਕੇ ਬੈਠਣਾ ਸਿਲੇਬਸ ਅਕੋਰਡਿੰਗ ਸਾਰੇ ਆਪਣੇ ਸਬਜੈਕਟ ਦੇ ਕੰਟੈਂਟ ਚੈੱਕ ਕਰਨਾ ਕਿ ਕਿਹੜੇ ਕਿਹੜੇ ਟੌਪਿਕ ਸਾਨੂੰ ਹੋ ਚੁੱਕੇ ਆ ਕਿਹੜੇ ਕਿਹੜੇ ਟੌਪਿਕ ਹਜੇ ਰਿਮੇਨਿੰਗ ਰਹਿੰਦੇ ਨੇ ਕਰਨੇ ਠੀਕ ਹੈ ਪਹਿਲਾਂ ਪਿਛਲਾ ਯਾਦ ਕਰਨਾ ਬੱਚੇ ਪਿਛਲੇ ਨੂੰ ਬੇਸ ਬਣਾ ਕੇ ਤਾਂ ਅੱਗੇ ਚੱਲਣਾ ਕਿਉਂਕਿ ਜੇ ਅਗਲਾ ਯਾਦ ਕਰ ਲਓਗੇ ਲਰਨ ਕਰਨਾ ਸਟਾਰਟ ਕਰ ਦੋਗੇ ਸਮਝਣਾ ਸਟਾਰਟ ਕਰ ਦੋਗੇ ਪਿਛਲਾ ਸਮਝ ਨਹੀਂ ਆਏਗਾ ਕਿਉਂਕਿ ਕਾਰਨ ਕੀ ਹੈ ਜਿਹੜੇ ਸੀਡੀਪੀ ਦਾ ਕੋਰਸ ਹੈ ਉਹ ਇੱਕ ਤਰ੍ਹਾਂ ਫਾਊਂਡੇਸ਼ਨ ਕੋਰਸ ਹੈ ਜਿਹਦੇ ਬੇਸ ਤੇ ਸਾਨੂੰ ਪਤਾ ਲੱਗਣਾ ਕਿ ਅੱਗੇ ਸਾਨੂੰ ਕਿਹੜੇ ਕਿਹੜੇ ਐਗਜ਼ਾਮ ਹੋਰ ਦੇਣੇ ਨੇ ਅਗਰ ਬੱਚਾ ਸ਼ੁਰੂ ਤੋਂ ਹੀ ਜੈਂਡਰ ਕੰਸਟਰਕਟ ਵਾਲਾ ਟੌਪਿਕ ਪੜ੍ਹਨ ਲੱਗ ਗਿਆ ਤਾਂ ਪਿਛਲੇ ਟੌਪਿਕ ਬੱਚੇ ਨੂੰ ਨਹੀਂ ਪਤਾ ਕਿਸ ਤਰ੍ਹਾਂ ਦੇ ਹੋਣਗੇ ਪ੍ਰਿੰਸੀਪਲਸ ਕਿਤੇ ਨੇ ਸਾਨੇ ਜੀਨ ਪਾਜਿਸ ਥਿਊਰੀ ਕੀਤੀਆਂ ਨੇ ਵਿਗੋਸਕੀ ਥਿਊਰੀ ਕੀਤੀ ਹੈ ਚਾਈਲਡ ਸੈਂਟਰਡ ਅਪਰੋਚ ਕੀਤੀ ਹੈ ਉਹ ਸਾਰੀ ਚੀਜ਼ਾਂ ਕੰਸਟਰਕਟ ਕੀਤੀਆਂ ਸੀ ਮੈਨੇ ਆਪਣੇ ਬਿਹਾਫ ਤੋਂ ਲੇਕਿਨ ਉਸ ਤੋਂ ਬਾਅਦ ਅੱਗੇ ਨੈਕਸਟ ਟੌਪਿਕ ਪੜ੍ਹਨ ਜਾ ਰਹੇ ਜਿਹਨੂੰ ਅਸੀਂ ਬੋਲਦੇ ਜੈਂਡਰ ਸੋਸ਼ਲ ਕੰਸਟਰਕਟ ਧਿਆਨ ਨਾਲ ਕਰਨਾ ਠੀਕ ਹੈ ਜੋ ਵੀ ਅੱਗੇ ਕਰਨ ਜਾ ਰਹੇ ਹਾਂ ਪਹਿਲਾਂ ਪਿਛਲਾ ਸਾਰਾ ਕੋਰਸ ਚੈੱਕ ਕਰਨਾ ਕਿਹੜੇ ਕਿਹੜੇ ਲੈਕਚਰਸ ਲੱਗ ਚੁੱਕੇ ਆ ਉਹ ਲੈਕਚਰ ਨੂੰ ਸਭ ਤੋਂ ਪਹਿਲਾਂ ਅਟੈਂਡ ਕਰਨਾ ਦੈਨ ਆਫਟਰ ਦੈਨ ਇਹ ਲੈਕਚਰ ਨੂੰ ਜੁਆਇਨ ਕਰਨਾ ਕਹਿਣ ਦਾ ਮਤਲਬ ਕਿ ਇਹ ਲੈਕਚਰ ਜਿਹੜਾ ਹੈਗਾ ਵੈਸੇ ਤਾਂ ਟੋਟਲੀ ਡਿਫਰੈਂਟ ਹੈ ਬਾਕੀ ਲੈਕਚਰਸ ਦੇ ਨਾਲੋਂ ਪਰ ਸਮਝਣ ਦੀ ਕੋਸ਼ਿਸ਼ ਇਹ ਹੈ ਕਿ ਜਿਹੜਾ ਸੀਡੀਪੀ ਦਾ ਕੋਰਸ ਹੈ ਚਾਈਲਡ ਡਿਵੈਲਪਮੈਂਟ ਜਿਹੜਾ ਕੋਰਸ ਤੁਸੀਂ ਲਿੱਤਾ ਪਰਚੇਸ ਕੀਤਾ ਹੋਇਆ ਠੀਕ ਹੈ ਬਾਈ ਕੀਤਾ ਜਾਂ ਪੀਟੈਟ ਦਾ ਪੇਪਰ ਜੋ ਤੁਸੀਂ ਜੁਆਇਨ ਕੀਤਾ ਕੋਰਸ ਉਹ ਇੱਕ ਤਰ੍ਹਾਂ ਫਾਊਂਡੇਸ਼ਨ ਕੋਰਸ ਹੈ ਅਗਰ ਪਿਛਲਾ ਨਹੀਂ ਜੇ ਰੈਡੀ ਹੋਏਗਾ ਪ੍ਰੀਪੇਅਰ ਹੋਏਗਾ ਤੁਸੀਂ ਅੱਗੇ ਨਹੀਂ ਮੂਵ ਫਾਰਵਰਡ ਹੋ ਸਕਦੇ ਇਸ ਕਰਕੇ ਕਹਿ ਰਿਹਾ ਪਹਿਲਾਂ ਪਿਛਲਾ ਲੈਕਚਰ ਅਟੈਂਡ ਕਰੋ ਚੰਗੇ ਤਰੀਕੇ ਦੇ ਨਾਲ ਅਗਰ ਕੋਈ ਡਾਊਟ ਹੈ ਤਾਂ ਆਪਣਾ ਮੈਸੇਜ ਕੰਟੈਂਟ ਦੇ ਵਿੱਚ ਜਾ ਕੇ ਮੈਸੇਜ ਬਾਕਸ ਵਿੱਚ ਜਾ ਕੇ ਤੁਸੀਂ ਆਪਣਾ ਮੈਸੇਜ ਲਿਖ ਸਕਦੇ ਹੋ ਅਗਰ ਕੋਈ ਵੀ ਪ੍ਰੋਬਲਮ ਹੈ ਚਲੋ ਜੀ ਅੱਜ ਦਾ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ ਜਿਹਨੂੰ ਅਸੀਂ ਬੋਲ ਰਹੇ ਹਾਂ ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ ਹੁਣ ਅਗਰ ਮੈਂ ਗੱਲ ਕਰਾਂ ਜੈਂਡਰ ਦੀ ਗੱਲ ਕੀਤੀ ਸੀ ਤੁਹਾਨੂੰ ਦੋ ਵਰਡ ਸਮਝਾਏ ਸੀ ਇੱਕ ਹੁੰਦਾ ਸੈਕਸ ਦੂਸਰਾ ਕੀ ਹੁੰਦਾ ਇੱਕ ਜੈਂਡਰ ਇੱਕ ਹੁੰਦਾ ਸੈਕਸ ਦੂਸਰਾ ਕਿਹੜਾ ਹੁੰਦਾ ਜੈਂਡਰ ਸੈਕਸ ਨੂੰ ਵੀ ਅਸੀਂ ਹਿੰਦੀ ਦੇ ਵਿੱਚ ਲਿੰਕ ਬੋਲਦੇ ਹਾਂ ਔਰ ਜੈਂਡਰ ਨੂੰ ਵੀ ਅਸੀਂ ਹਿੰਦੀ ਦੇ ਵਿੱਚ ਲਿੰਕ ਬੋਲਦੇ ਹਾਂ ਲੇਕਿਨ ਅਗਰ ਮੈਂ ਸਾਇੰਸ ਵਰਡ ਦੀ ਟੈਕਨੀਕਲ ਲੈਂਗੁਏਜ ਦੀ ਗੱਲ ਕਰਾਂ ਤਾਂ ਜੋ ਸੈਕਸ ਵਰਡ ਸਾਨੂੰ ਕਿੱਥੋਂ ਮਿਲਿਆ ਸੀ ਬਾਇਓਲੋਜੀਕਲ ਫੈਕਟਰਸ ਤੋਂ ਮਿਲਿਆ ਮਤਲਬ ਬਾਇਓਲੋਜੀ ਤੋਂ ਮਿਲਿਆ ਸੀ ਜਦੋਂ ਆਪਸ ਦੇ ਵਿੱਚ ਯੂਨੀਅਨ ਹੁੰਦਾ ਯੂਨੀਅਨ ਕਿੰਨਾ ਦਾ ਹੋਏਗਾ ਮੈਨ ਔਰ ਵੂਮਨ ਦਾ ਹੋਏਗਾ ਯੂਨੀਅਨ ਉੱਥੋਂ ਵਰਡ ਨੂੰ ਅਸੀਂ ਬਾਇਓਲੋਜੀਕਲ ਫੈਕਟਰ ਦੇ ਅਕੋਰਡਿੰਗ ਉਸ ਵਰਡ ਨੂੰ ਅਸੀਂ ਸੈਕਸ ਬੋਲਦੇ ਹਾਂ ਲੇਕਿਨ ਅਗਰ ਮੈਂ ਗੱਲ ਕਰਾਂ ਜੈਂਡਰ ਦੀ ਉਹ ਜਿਹੜਾ ਸਾਡਾ ਜੈਂਡਰ ਫੈਕਟਰ ਉਹ ਸਾਨੂੰ ਕਿੱਥੋਂ ਮਿਲਿਆ ਸੀ ਸੋਸਾਇਟੀ ਕਰਨੀ ਤੋਂ ਮਿਲਿਆ ਸੀ ਠੀਕ ਹੈ ਜੀ ਇਹ ਧਿਆਨ ਰੱਖਿਓ
बट इस पिक्चर तो पहला मैं एक वर्ड समझाना चाहूँगा जो बहुत ज़्यादा इंपॉर्टेंट वर्ड है, और जो वर्ड इत्थे लिखा हुआ है, वन इज़ नॉट बॉर्न बट रैदर बिकम अ वूमन। ये ध्यान रखियो, ये वर्डिंग का मतलब की है कि जो लेडीज़ होंदियां ने वो पैदा, वूमन मतलब क्या है, मतलब जी वूमन पैदा होंदियां ने ਉਹ ਜਨਮ ਤੋਂ ਵੂਮਨ ਨਹੀਂ ਹੁੰਦੀਆਂ, ਇਹ ਸਮਾਜ ਉਹਨਾਂ ਨੂੰ, ਇਹ ਸੁਸਾਇਟੀ ਉਹਨਾਂ ਨੂੰ ਕੀ ਬਣਾ ਦਿੰਦਾ, ਵੂਮਨ ਬਣਾ ਦਿੰਦੀ ਹੈ। ਕਹਿਣ ਦਾ ਮਤਲਬ ਕੀ ਹੈ, ਇਹ ਜੋ ਲੇਡੀ ਇੱਕ ਪੈਦਾ ਹੁੰਦੀ ਹੈ ਉਹ ਸ਼ੁਰੂ ਤੋਂ ਚਲੋ ਠੀਕ ਹੈ ਮੰਨਦੇ ਆ ਕਿ ਸੈਕਸ ਵਾਈਜ਼ ਉਹ ਲੇਡੀ ਹੁੰਦੀ ਹੈ ਕਿਉਂਕਿ ਉਹ 'ਚ ਕੁਛ ਨਾ ਕੁਛ ਫੈਕਟਰਸ ਹੁੰਦੇ ਨੇ, ਡਿਫਰੈਂਸੀਏਸ਼ਨਸ ਹੁੰਦੀਆਂ ਨੇ, ਠੀਕ ਹੈ। ਲੇਕਿਨ ਜੋ ਇੱਕ ਵੂਮਨ ਪ੍ਰੋਪਰ ਵਰਡ ਹੈ ਉਹ ਇਹ ਸਮਾਜ ਵੀ ਬਣਾ ਦਿੰਦਾ ਹੈ। ਸਮਾਜ ਕਿਵੇਂ ਬਣਾਉਂਦਾ, ਕਿਵੇਂ ਨਹੀਂ ਬਣਾਉਂਦਾ, ਕਿਹੜੀ ਕਿਹੜੀ ਕੁਆਲਿਟੀਜ਼ ਨੇ ਜੋ ਵੂਮਨ ਦੇ ਵਿੱਚ ਪਾਈ ਜਾਂਦੀਆਂ ਨੇ, ਕਿਹੜੀ ਕਿਹੜੀ ਕੁਆਲਿਟੀਜ਼ ਨੇ ਜੋ ਮੈਨ ਦੇ ਵਿੱਚ ਪਾਈ ਜਾਂਦੀਆਂ ਨੇ, ਔਰ ਦੋਨਾਂ ਦੇ ਵਿੱਚ ਕਿਹੜੇ ਕਿਹੜੇ ਡਿਫਰੈਂਸਿਸ ਨੇ ਜੋ ਬਾਇਸਨੈਸ ਲੈ ਕੇ ਆ ਜਾਂਦੀਆਂ ਨੇ ਕਿੰਨਾ ਵਿਚਕਾਰ, ਮੈਨ ਔਰ ਵੂਮਨ ਦੇ ਵਿਚਕਾਰ, ਉਹ ਅੱਜ ਨੀਚੇ ਕਰਾਂਗੇ। ਉਹਦੇ ਕੁਝ ਫੈਕਟਰਸ ਉੱਪਰ ਇੱਕ ਪਿਕਚਰ ਬਣੀ ਹੋਈ ਹੈ, ਉਹ ਪਿਕਚਰ ਵਿੱਚ ਪਤਾ ਲੱਗੂ ਕਿਹੜੀ ਕਿਹੜੀ ਚੀਜ਼ਾਂ ਉਸਨੇ ਕਰਨੀਆਂ ਨੇ, ਕਿਹੜੀ ਕਿਹੜੀ ਚੀਜ਼ਾਂ ਪ੍ਰੈਕਟਿਸ ਵੇ ਦੇ ਨਾਲ, ਮਤਲਬ ਕਿ ਪ੍ਰੈਕਟੀਕਲ ਸੋਚਿਆ ਜਾਵੇ ਤਾਂ ਉਹ ਚੀਜ਼ਾਂ ਕਿਹੜੀ ਕਿਹੜੀ ਐਪਲੀਕੇਬਲ ਹੋਣਗੀਆਂ। ਇਹ ਲਾਈਨ ਧਿਆਨ ਰੱਖਿਓ, ਵਨ ਇਜ਼ ਨॉट ਬੋਰਨ ਬਟ ਰੈਦਰ ਬਿਕਮ ਅ ਵੂਮਨ। ਕਹਿੰਦਾ ਮਤਲਬ ਕੀ ਹੈ, ਇਹ ਜਿਹੜਾ ਸਮਾਜ ਹੈ ਜਦੋਂ ਇੱਕ ਲੜਕੀ ਹੁੰਦੀ ਹੈ ਉਹ ਸਿਰਫ ਇੱਕ ਸੈਕਸ ਦੇ ਜ਼ਰੀਏ, ਕਹਿੰਦਾ ਮਤਲਬ ਮੈਨ ਔਰ ਵੂਮਨ ਦੇ ਵਿੱਚ ਜਿਹੜਾ ਡਿਫਰੈਂਸੀਏਸ਼ਨ ਪਾਈ ਜਾਂਦੀ ਹੈ ਉਹ ਇੱਕ ਲਿੰਗ ਦੇ ਆਧਾਰਿਤ ਕੀਤਾ ਜਾਂਦਾ ਹੈ, ਲੇਕਿਨ ਜਿਹੜਾ ਇੱਕ ਪ੍ਰੋਪਰ ਵੂਮਨ ਦਾ ਵਰਡ ਹੈ ਉਹ ਸੁਸਾਇਟੀ ਬਣਾ ਕੇ ਰੱਖ ਦਿੰਦਾ ਹੈ। ਕਿਵੇਂ ਬਣਾਉਂਦਾ, ਕਿਵੇਂ ਨਹੀਂ ਬਣਾਉਂਦਾ, ਆਪਾਂ ਉੱਪਰ ਪੜਾਂਗੇ। ਕੁਝ ਫੈਕਟਰਸ ਨੇ, ਉਹ ਕਿਹੜੇ ਕਿਹੜੇ ਫੈਕਟਰਸ ਨੇ ਜੋ ਸਾਡੇ ਉੱਤੇ ਨੈਗੇਟਿਵ ਇੰਪੈਕਟ ਵੀ ਪਾਉਂਦੇ ਨੇ ਔਰ ਸਾਡੇ ਉੱਤੇ ਪੋਜ਼ਿਟਿਵ ਇੰਪੈਕਟ ਵੀ ਪੈਂਦੇ ਨੇ। ਫਸਟ ਆਫ ਆਲ ਇਕੁਐਲਿਟੀ ਕੀ ਹੁੰਦਾ ਹੈ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੇ ਬੰਦੇ ਨੂੰ ਪ੍ਰੋਪਰ ਓਪਰਚੁਨਿਟੀ ਦਿੱਤੀ ਹੋਈ ਹੈ, ਪ੍ਰੋਪਰ ਓਪਰਚੁਨਿਟੀ ਹੈ, ਪ੍ਰੋਪਰ ਕਰੀਅਰ ਪਲੈਨਿੰਗ ਹੈ। ਮੈਨ ਔਰ ਵੂਮਨ ਇੱਕ ਦੂਜੇ ਨਾਲ ਕੰਧਾਂ ਨਾਲ ਕੰਧ ਮਿਲਾ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਨੇ ਜਾਂ ਫਿਰ ਇੱਕ ਰੋਲ ਪੇ ਕਰਦੇ ਨੇ, ਉਸ ਵਰਡ ਨੂੰ ਅਸੀਂ ਕੀ ਬੋਲਦੇ, ਕੁਆਲਿਟੀ ਵਰਡ ਬੋਲਦੇ। ਮਤਲਬ ਇਕੁਐਲਿਟੀ ਦਾ ਮਤਲਬ ਹੁੰਦਾ ਹੈ ਜਿੱਥੇ ਸਾਰੇ ਬੰਦੇ ਕੀ ਹੁੰਦੇ ਨੇ, ਇਕੁਅਲ ਹੁੰਦੇ ਨੇ। ਲਾਈਕ ਅਗਰ ਮੈਂ ਗੱਲ ਕੀਤਾ ਕਰਾਂ ਇਸ ਇਕੁਐਲਿਟੀ ਵਰਡ ਨੂੰ ਲੈ ਕੇ ਐਗਜ਼ਾਮਪਲ ਕੋਡ ਕਰਾਂ ਤਾਂ ਅਸੀਂ ਇੱਕ ਬੋਲਦੇ ਕੈਮਰਾਮੈਨ, ਹੈ ਨਾ, ਇੱਕ ਚੀਜ਼ ਬੋਲਦੇ ਹਾਂ ਕੈਮਰਾਮੈਨ। ਇਹਦੇ ਵਿੱਚ ਅਸੀਂ ਕੀ ਬੋਲਦੇ ਕੈਮਰਾਮੈਨ ਨੂੰ, ਵੀ ਜਿਹੜਾ ਬੰਦੇ ਨੇ ਕੈਮਰਾ ਫੜਿਆ ਹੋਇਆ ਉਹ ਸਾਡੇ ਵਾਸਤੇ ਕੀ ਕੈਮਰਾਮੈਨ ਹੈ। ਹੁਣ ਇਹੀ ਵਰਡ ਨੂੰ ਅਗਰ ਅਸੀਂ ਕੁਆਲਿਟੀ ਵਰਡ ਦੇ ਵਿੱਚ ਲੈ ਕੇ ਆਈਏ, ਬਰਾਬਰ ਲੈ ਕੇ ਆਈਏ ਤਾਂ ਅਸੀਂ ਕੀ ਬੋਲ ਸਕਦੇ ਹਾਂ, ਕੈਮਰਾ ਪਰਸਨਸ ਬੋਲ ਸਕਦੇ ਹਾਂ। ਕੈਮਰਾ ਪਰਸਨ ਦਾ ਮਤਲਬ ਹੁੰਦਾ ਜਿਹਦੇ ਵਿੱਚ ਮੈਨ ਵੀ ਕੰਮ ਕਰ ਸਕਦੇ ਨੇ ਔਰ ਵੂਮਨ ਵੀ ਕੰਮ ਕਰ ਸਕਦੇ ਨੇ। ਇਹ ਜ਼ਰੂਰੀ ਨਹੀਂ ਹੈਗਾ ਕਿ ਕੈਮਰੇ ਵਾਲਾ ਕੰਮ ਸਿਰਫ ਮੇਲ ਦਾ ਹੋਏਗਾ, ਵੂਮਨ ਦਾ ਨਹੀਂ ਹੋ ਸਕਦਾ। ਅਗਰ ਇਨਕੁਆਲਿਟੀ ਨੂੰ ਖਤਮ ਕਰਨਾ ਹੈ ਤਾਂ ਸਾਡੇ ਵਾਸਤੇ ਅਗਰ ਕੁਆਲਿਟੀ ਲੈ ਕੇ ਆਉਣੀ ਹੈ, ਇਕੁਐਲਿਟੀ ਲੈ ਕੇ ਆਉਣੀ ਹੈ ਤਾਂ ਉੱਥੇ ਸਾਰੇ ਬੰਦੇ ਨੂੰ ਬਰਾਬਰ ਸਮਝਣ ਵਾਸਤੇ ਉੱਥੇ ਜੈਂਡਰ ਇੱਕ ਨਿਊਟਰਲ ਲੈਂਗੁਏਜ ਯੂਜ਼ ਕਰੋ। ਕਹਿੰਦਾ ਮਤਲਬ ਭੇਦਭਾਵ ਨਾ ਕਰੋ। ਅਗਰ ਕੈਮਰਾਮੈਨ ਦੀ ਗੱਲ ਕਰਾਂ ਤਾਂ ਕੈਮਰਾਮੈਨ ਓਬਵੀਅਸ ਕਿਹਨੂੰ ਦਰਸਾਊਗਾ, ਇਕੱਲੇ ਮੈਨ ਨੂੰ ਦਰਸਾਊਗਾ। ਅਗਰ ਮੈਂ ਉੱਥੇ ਕੈਮਰਾ ਪਰਸਨ ਲਿਖਦਾ ਤਾਂ ਕੈਮਰਾ ਪਰਸਨ ਕਿਹਨੂੰ ਦਰਸਾਊਗਾ, ਮੈਨ ਨੂੰ ਵੀ ਦਰਸਾਊਗਾ ਔਰ ਵੂਮਨ ਨੂੰ ਵੀ ਦਰਸਾਊਗਾ। ਅਗਰ ਮੈਂ ਗੱਲ ਕਰਾਂ ਉੱਥੇ ਇੱਕ ਵਰਡ ਲਿਖਦਾ ਪੁਲਿਸਮੈਨ, ਠੀਕ ਹੈ, ਤਾਂ ਓਬਵੀਅਸ ਮੇਨ ਫੋਕਸ ਕਿਹਦੇ ਉੱਤੇ ਪੈਂਦਾ ਹੈ, ਮੈਨ ਦੇ ਉੱਤੇ ਫੋਕਸ ਪੈਂਦਾ ਹੈ। ਮਤਲਬ ਕਿ ਇੱਥੇ ਬਾਇਸਨੈਸ ਕੀਤੀ ਜਾਂਦੀ ਹੈ, ਇਨਕੁਐਲਿਟੀ ਵਰਡ ਯੂਜ਼ ਕੀਤਾ ਜਾਂਦਾ, ਭੇਦਭਾਵ ਕੀਤਾ ਜਾਂਦਾ ਕਿੰਨਾ ਵਿਚਕਾਰ, ਮੈਨ ਔਰ ਵੂਮਨ ਦੇ ਵਿਚਕਾਰ। ਅਗਰ ਇसी ਵਰਡ ਨੂੰ ਮੈਂ ਚੇਂਜ ਕਰਦਾ, ਮਤਲਬ ਕਿ ਚੇਂਜ ਮਤਲਬ ਰਿਪਲੇਸ ਕਰਦਾ, ਅਗਰ ਮੈਂ ਇਕੱਲੀ ਪੁਲਿਸ ਲਿਖਦਾ ਵੀ ਇਕੱਲੀ ਪੁਲਿਸ, ਉਹਦੇ ਵਿੱਚ ਮੈਨ ਵੀ ਹੋ ਸਕਦਾ, ਪੁਲਿਸ ਦੇ ਵਿੱਚ ਫੀਮੇਲ ਵੀ ਹੋ ਸਕਦੀਆਂ ਨੇ, ਜਾਂ ਫਿਰ ਪੁਲਿਸ ਆਫਿਸਰ ਲਿਖਦਾ ਉਹਦੇ ਵਿੱਚ ਮੈਨ ਵੀ ਹੋ ਸਕਦਾ, ਉਹਦੇ ਵਿੱਚ ਫੀਮੇਲ ਵੀ ਹੋ ਸਕਦਾ। ਇਟ ਮੀਨ ਕਿ ਆਹ ਇੱਕ ਐਜੂਕੇਸ਼ਨਲ ਪ੍ਰੈਕਟਿਸ ਹੈ ਜਿਹਦੇ ਅਕੋਰਡਿੰਗ ਸਾਡੇ ਨੋਸ਼ਨਸ ਨੂੰ ਕੀ ਕੀਤਾ ਜਾ ਸਕਦਾ, ਚੇਂਜ ਕੀਤਾ ਜਾ ਸਕਦਾ। ਇਹੀ ਐਜੂਕੇਸ਼ਨ ਪ੍ਰੈਕਟਿਸ ਕੀ ਹੁੰਦੀ ਹੈ, ਲਾਈਕ ਅਗਰ ਮੈਂ ਪੁਲਿਸਮੈਨ ਦੀ ਜਗ੍ਹਾ ਤੇ ਪੁਲਿਸ ਆਫਿਸਰ ਲਿਖਦਾ ਉੱਥੇ ਪਤਾ ਲੱਗ ਜਾਊਗਾ ਕਿ ਪੁਲਿਸ ਆਫਿਸਰ ਮੈਨ ਵੀ ਹੋ ਸਕਦਾ, ਫੀਮੇਲ ਵੀ ਹੋ ਸਕਦੀ ਹੈ। ਜਾਂ ਫਿਰ ਅਗਰ ਮੈਂ ਉਹਦੇ ਇਕੱਲਾ ਪੁਲਿਸ ਰੱਖਾਂ ਤਾਂ ਉੱਥੇ ਪਤਾ ਲੱਗ ਜਾਊਗਾ ਉੱਥੇ ਪੁਲਿਸ ਮੈਨ ਵੀ ਹੋ ਸਕਦਾ, ਇੱਕ ਵੂਮਨ ਵੀ ਹੋ ਸਕਦੀ। ਮਤਲਬ ਕਿ ਜੋ ਆਪਸ ਦੇ ਵਿੱਚ ਜਿਹੜੀ ਡਿਫਰੈਂਸੀਏਸ਼ਨ ਕੀਤੀ ਜਾਂਦੀ ਹੈ ਨਾ, ਉਹ ਡਿਫਰੈਂਸੀਏਸ਼ਨ ਨੂੰ ਖਤਮ ਕਰਨਾ ਹੀ ਸਾਡੇ ਵਾਸਤੇ ਕੀ ਹੁੰਦਾ, ਕੁਆਲਿਟੀ ਹੁੰਦੀ ਹੈ। ਉਹ ਜਿਹੜੀ ਡਿਫਰੈਂਸੀਏਸ਼ਨ ਉਹ ਕਾਹਦੇ ਜ਼ਰੀਏ ਖਤਮ ਕੀਤੀ ਜਾ ਸਕਦੀ ਹੈ, ਐਜੂਕੇਸ਼ਨਲ ਪ੍ਰੈਕਟਿਸਿਸ ਦੇ ਜ਼ਰੀਏ ਕੀ ਕੀਤੀ ਜਾ ਸਕਦੀ ਹੈ, ਖਤਮ ਕੀਤੀ ਜਾ ਸਕਦੀ ਹੈ। ਇਹ ਧਿਆਨ ਰੱਖਣਾ ਬੱਚੇ। ਇਹਨਾਂ ਦੋਨਾਂ ਵਰਡਸ ਨੂੰ ਮੈਂ ਬੋਲਿਆ ਕੀ ਹੈ ਕਿ ਜਿਹੜੇ ਇੰਪੈਕਟ ਨੇ ਤੁਹਾਡੇ ਵਾਸਤੇ ਇਹ ਨੈਗੇਟਿਵ ਇੰਪੈਕਟ ਵੀ ਪਾ ਸਕਦੇ ਨੇ ਔਰ ਪੋਜ਼ਿਟਿਵ ਇੰਪੈਕਟ ਵੀ ਪਾ ਸਕਦੇ ਨੇ, ਠੀਕ ਹੈ ਜੀ। ਨੈਕਸਟ ਆਉਂਦਾ ਜੈਂਡਰ ਰੋਲ। ਹੁਣ ਜੈਂਡਰ ਰੋਲਸ ਕੀ ਹੁੰਦੇ ਨੇ, ਇੱਕ ਫਿਕਸਡ ਰੋਲ ਦੇ ਦਿੱਤਾ ਜਾਂਦਾ ਹੈ। ਫਿਕਸਡ ਰੋਲ ਮਤਲਬ ਕਿਹੜੇ ਕੰਮ ਮੈਨ ਕਰ ਸਕਦਾ, ਕਿਹੜੇ ਕੰਮ ਵੂਮਨ ਕਰ ਸਕਦੀ ਹੈ। ਉਹ ਤਾਂ ਚਲੋ ਇੱਕ ਗੱਲ ਮੰਨ ਲੈਂਦੇ ਆ ਕਿ ਹਾਂ ਜਦੋਂ ਲੜਕੀ ਇੱਕ ਪ੍ਰੈਗਨੈਂਟ ਹੁੰਦੀ ਹੈ, ਬੱਚਾ ਡਿਲੀਵਰ ਕਰਦੀ ਹੈ, ਚਲੋ ਇਹ ਤਾਂ ਇੱਕ ਬਾਇਓਲੋਜੀਕਲ ਫੈਕਟਰਸ ਹੋ ਗਏ, ਹੈ ਨਾ। ਉੱਥੇ ਸਿਰਫ ਫੀਮੇਲ ਹੀ ਕੰਮ ਕਰ ਸਕਦੀ ਹੈ, ਮੈਨ ਨਹੀਂ ਕੰਮ ਕਰ ਸਕਦਾ ਉਸ ਚੀਜ਼ ਦੇ ਵਿੱਚ। ਲੇਕਿਨ ਕੁਝ ਪੁਆਇੰਟ ਨੇ ਲਾਈਕ ਜੈਂਡਰ ਰੋਲਸ ਵਿੱਚ ਹੁੰਦਾ ਜਦੋਂ ਇੱਕ ਲੜਕੀ ਦਾ ਉਹ ਲੜਕੇ ਦਾ ਵਿਆਹ ਹੁੰਦਾ ਆਪਸ ਦੇ ਵਿੱਚ, ਤਾਂ ਉੱਥੇ ਲੜਕੀ ਆਪਣੇ ਸਹੁਰੇ ਘਰੇ ਕਿਉਂ ਜਾਂਦੀ ਹੈ, ਲੜਕਾ ਕਿਉਂ ਨਹੀਂ ਸਹੁਰੇ ਘਰੇ ਆ ਸਕਦਾ। ਇੱਕ ਤਰ੍ਹਾਂ ਦੇ ਇੱਕ ਨੋਸ਼ਨਸ ਨੇ ਜੋ ਚੱਲਦੇ ਨੇ, ਕੁਝ ਜੈਂਡਰ ਰੋਲਸ ਨੇ ਜੋ ਫਿਕਸ ਕਰ ਦਿੱਤੇ ਨੇ, ਕਿਹੜੇ ਕੰਮ ਮੈਨ ਨੇ ਕਰਨੇ ਨੇ ਔਰ ਕਿਹੜੇ ਕੰਮ ਕਿਹਨੇ ਕਰਨੇ ਨੇ, ਵੂਮਨ ਨੇ ਕਰਨੇ ਨੇ। ਇਹੀ ਰੋਲ ਸਾਡੇ ਵਿਚਕਾਰ ਕੀ ਲੈ ਕੇ ਆਉਂਦੇ ਨੇ, ਇਨਕੁਐਲਿਟੀ ਲੈ ਕੇ ਆਉਂਦੇ ਨੇ। ਹੁਣ ਅਗਲਾ ਪੁਆਇੰਟ ਕਿਹੜਾ ਆਉਂਦਾ ਹੈ, ਬੇਸਿਸ ਆਫ ਇਨਕੁਐਲਿਟੀ। ਬੇਸਿਸ ਆਫ ਇਨਕੁਐਲਿਟੀ ਦਾ ਮਤਲਬ ਹੁੰਦਾ ਹੈ ਕੁਝ ਕਲਾਸਿਸ ਹੁੰਦੀਆਂ ਨੇ, ਹੈ ਨਾ, ਸ਼ਡਿਊਲ ਕਲਾਸਿਸ ਹੁੰਦੀਆਂ ਨੇ, ਅਰਬਨ ਕਲਾਸਿਸ ਹੁੰਦੀਆਂ ਨੇ,
कुछ सैक्स के आधार पर डिस्क्रिमिनेशन किया जाता है, कुछ जेंडर के आधार पर डिस्क्रिमिनेशन किया जाता है, ठीक है ना। यही कुछ फैक्टर्स ने जो बंदे और वूमेन और मैन के विचकार वूमेन और मैन के विचकार की लेके आते हैं, इनकुआलिटीज लेके आती है, इन्हों भी दूर किया जा सकता है। हुण जेंडर स्टीरियोटाइप्स की होंगे ने, हुण ਇਹ ਧਿਆਨ ਰੱਖਿਓ, ਦਿਮਾਗ ਦੇ ਵਿੱਚ ਗੱਲ ਰੱਖ ਲੈਣਾ ਕਿ ਜਿਹੜੇ ਜੈਂਡਰ ਸਟੂਡੈਂਟਸ ਹੁੰਦੇ ਨੇ ਉਹ ਸਾਡੇ ਕਲਚਰ ਉੱਤੇ ਡਿਪੈਂਡ ਕਰਦੇ ਨੇ, ਕਲਚਰ ਉੱਤੇ ਜਾਂ ਜੋ ਸਾਡੇ ਪ੍ਰੀ ਨੋਸ਼ਨਸ ਹੁੰਦੇ ਨੇ, ਪ੍ਰੀ ਨੋਸ਼ਨਸ ਮਤਲਬ ਜੋ ਸਾਡੇ ਸ਼ੁਰੂ ਤੋਂ ਸਟੈਂਡਰਡ ਬਣੇ ਆ ਰਹੇ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਆ, ਜੈਂਡਰ ਸਟੀਰੀਓਟਾਈਪਸ ਬੋਲਦੇ ਆ, ਠੀਕ ਹੈ, ਜੈਂਡਰ ਸਟੀਰੀਓਟਾਈਪਸ ਬੋਲਦੇ ਆ। ਹੁਣ ਲਾਈਕ ਅਗਰ ਮੈਂ ਇਹਦੇ ਵਿੱਚ ਐਗਜ਼ਾਮਪਲ ਦੇਵਾਂ ਤੁਹਾਨੂੰ ਜੈਂਡਰ ਸਟੀਰੀਓਟਾਈਪਸ ਦੇ ਵਿੱਚ ਲਾਈਕ ਆਪਣੇ ਅਗਰ ਤੁਸੀਂ ਐਜ਼ ਅ ਪੀਟੈਟ ਦੀ ਗੱਲ ਕਰੀਏ, ਤੁਸੀਂ ਵੀ ਤਾਂ ਟੀਚਰਸ ਬਣਨਾ ਫਿਊਚਰ ਦੇ ਵਿੱਚ, ठीक है, तो थोड़े विचकार टीचर्स भी स्कूल काम करते हैं, लाइक मेल लाइक बच्चों चिल्ड्रनस लड़की अलग बिठाना लड़कियों अलग बिठाना, ये टीचर्स द्वारा किया जाता है। क्यों नहीं इक्वल अपॉर्चुनिटी दी जाती, एक लड़की मैथ के तेज है लेकिन टीचर बोल देता है लाइक एक तुक्के रिकॉर्डिंग मारते लड़की मैथ के तेज नहीं हो सकती, उत्थे लड़की मैथ तेज बना दिते जाते हैं, या साइंस लड़की तेज बना दिते जाते हैं, आर्ट्स के लड़कियां मोस्टली तेज बना दी जाती हैं, किहड़े स्पोर्ट्स लड़की रखने ने, किहड़े स्पोर्ट्स कल्ली लड़कियां ही रखनियां ने, कुछ डांस कंपीटिशन किए जाते हैं, डांस कंपीटिशन सिर्फ लड़के ही रखी जाते, लड़के क्यों नहीं रखे जाते। असं आम टीचर्स ये की करते हैं, प्ले करते हैं, लाइक प्ले मतलब लाइक असी भी डिस्क्रिमिनेशन करते हैं कि मैन नूं अलग कर दिता जाए और फीमेल नूं अलग कर दिता जाए। अगर देखा जाए तो आप क्लास क्वेश्चन पूछते हैं, लड़कियों को हल्के फुल्के क्वेश्चन पूछ लें ताकि लड़कियों की स्कूल के क्लास में बेइज्जती ना हो जाए लड़कियों के नाल, और असी बहुता टाइम भी नहीं देंगे लड़कियों को भी हाँ तू जल्दी जल्दी क्वेश्चन जवाब दे, नहीं जवाब आंदा तो बेशक क्लास चो बाहर निकल जा। ऐसे जो ट्रडिशनस ने ना नोशनस ने इन्हों दूर करना चाहता है, ਜਿਹੜੇ ਨੋਸ਼ਨਸ ਨੇ ਤਾਂ ਹੀ ਦੂਰ ਹੋ ਸਕਦੇ ਨੇ, ਉਹ ਕਿਹਦੇ ਜ਼ਰੀਏ ਦੂਰ ਹੋਣਗੇ ਅਗਰ ਸਾਡੇ ਪਾਸ ਕੀ ਹੋਊਗਾ ਐਜੂਕੇਸ਼ਨ ਪ੍ਰੈਕਟਿਸਿਸ ਹੋਣਗੀਆਂ। ਹੁਣ ਮੈਂ ਤੁਹਾਨੂੰ ਇਹੀ ਗੱਲ ਦੱਸਣੀ ਸੀ ਐਜੂਕੇਸ਼ਨ ਪ੍ਰੈਕਟਿਸਿਸ ਦੇ ਵਿੱਚ ਕਿਹੜੀ ਚੀਜ਼ਾਂ ਨੂੰ ਅਸੀਂ ਜਿਹਨੂੰ ਅਸੀਂ ਰਿਮੂਵ ਕਰ ਸਕਦੇ ਹਾਂ, ਲਾਈਕ ਇਹੀ ਚੀਜ਼ਾਂ ਨੇ ਜੈਂਡਰ ਦੇ ਆਧਾਰ ਤੇ ਅਸੀਂ ਚੀਜ਼ਾਂ ਨੂੰ ਕੀ ਕਰ ਸਕਦੇ ਰਿਮੂਵ ਕਰ ਸਕਦੇ ਹਾਂ, ਲੜਕੇ ਔਰ ਲੜਕੀ ਨੂੰ ਬਰਾਬਰ ਮੰਨ ਕੇ ਅਸੀਂ ਚੀਜ਼ ਨੂੰ ਕੀ ਕਰ ਸਕਦੇ ਰਿਮੂਵ ਕਰ ਸਕਦੇ ਹਾਂ ਜੋ ਸਾਡੇ ਦਿਮਾਗ ਦੇ ਵਿੱਚ ਸ਼ੁਰੂ ਤੋਂ ਹੀ ਬੈਠੀਆਂ ਨੇ। ਲਾਈਕ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਉੱਪਰ ਜਿਵੇਂ ਐਗਜ਼ਾਮਪਲ ਲਿਖੀ ਹੋਈ ਹੈ ਕਿ ਇੱਕ ਪੁਲਿਸਮੈਨ ਲਿਖ ਦਿੰਦੇ ਆ ਤਾਂ ਪੁਲਿਸਮੈਨ ਲਿਖਣਾ ਇੱਕ ਬਾਇਸਨੈਸ ਆਉਂਦੀ ਹੈ, ਭੇਦਭਾਵ ਆਉਂਦਾ ਹੈ ਕਿੰਨਾ ਵਿਚਕਾਰ मेल और फीमेल के विचकार, उत्ते पुलिस ऑफिसर लिख दो, पुलिस ऑफिसर तो पता लगूगा या तो मेल हो सकता है या फीमेल भी हो सकती है, या कला पुलिस लिख दो, पुलिस या तो मेल भी हो सकता है, कला मेल भी हो सकता है, फीमेल भी हो सकती है। लाइक कैमरामैन ओबियस पता है मेल फैक्टर शो करता है, उत्ते कला कैमरा पर्सन ही लिख सकते हो, कैमरा पर्सन मतलब उत्थे मेल भी हो सकता है फीमेल भी हो सकता है। जी बायसनेस की जाती है ना एक इंपोर्टेंट फैक्टर के जरिए दूर की जा सकती है, वो फैक्टर की है साढ़े वास्ते एजुकेशनल प्रैक्टिसिस है। ध्यान रखियो पेपर च पूछ लेंगे ने इनकुआलिटीज़ की होंगी है, जेंडर रोल्स की होंगे ने, बेसिस ऑफ इनकुआलिटीज़ किहड़े बेसिस होंगे ने, क्लासिस के आधार पर भेदभाव किया जाता है, सैक्स के आधार पर भेदभाव किया जाता है, जेंडर के आधार पर भेदभाव किया जाता है। चलो ये तो मैंने तुहानूं नैटशैल दे विच दस्सिया सी, थोड़ा मोटा दस्सिया तुहानूं। हुण जिहदे अगे आपां गल करांगे ओह इक्वल मैनर के अकॉर्डिंग इक्वल डेफिनेशन करांगे। पहले इनकुआलिटी की होंदी है, जेंडर रोल्स की होंगे ने, बेसिस ऑफ इनकुआलिटीज़ की होंदियां ने, उस तो बाद स्टीरियोटाइप्स की होंगी है, एजुकेशनल प्रैक्टिसिस की होंगी ने। बहुत ही इंपॉर्टेंट क्वेश्चन है, टॉपिक है। अगर मैं गल करा सीटेट के पेपर के 2011 तो लैके 2018 तक के पेपर के मल्टीपल क्वेश्चन बने सी, मल्टीपल क्वेश्चन। अगर मैं गल करा इस चीज़ तो ध्यान रखियो बच्चे, अज ये टॉपिक हुणी तुहाडे सामने स्टार्ट करन जा रहे हैं। जो ऊपर दस्सिया वो जस्ट तुहानूं नैटशैल दे विच दस्सिया, ठीक है, ब्रीफली नहीं दस पाया। हुण ब्रीफली करांगे, टू द पॉइंट गल करांगे इहदे विच। हुण देखो कहंदा की है, फर्स्ट आंदा तुहाडा अपना इनकुआलिटीज़ की होंगी है और जेंडर रोल्स की होंगे ने। हुण ऊपर पिक्चर दे विच दो चीज़ां कीतियां सी, फर्स्ट वन कीता सी इनकुआलिटी और सैकेंड वन कीता सी मेरे जेंडर रोल, ठीक है। हुण ओहदी गल करन जा रहे हैं नीचे। हुण इक्वालिटी की होंगी है, इक्वालिटी मतलब समानता का अधिकार होंदा है। जेंडर रोल्स की होंगे ने मतलब कि किसी को फिक्सड रोल दे दिता कि यही काम मैन करूगा, ये काम वूमेन करूगी, और साडे वास्ते जेंडर रोल्स आ जाते हैं। हुण इक्वालिटी दे विच आ जाओ, देखो कहंदा की है जिहड़ी इक्वालिटी है और डोमीनेंट कंसर्न है। डोमीनेंट कंसर्न मतलब अज की कड़ी दे विच करंट अफेयर है भी इक्वालिटी वर्ड होंदा की है। हुण ओबवियस डेफिनेशन लिखी हुई है, क्वालिटी होंदी की है, इट रेफर्स टू क्वालिटी इक्विवेलेंट क्वालिफिकेशन, मैन और वूमेन के विचकार क्वालिफिकेशन इक्वल होनी जरूरी है, इक्वल एबिलिटी होनी चाहिए है। एबिलिटीज़ मतलब जेडे काम मैन कर सकते वही काम वूमेन भी कर सकदियां ने,
ਜਾਂ ਫਿਰ ਇਕੁਅਲ ਕੈਪੇਬਿਲਿਟੀ ਹੋਣੀ ਚਾਹੀਦੀ ਹੈ। ਕੈਪੇਬਿਲਿਟੀ ਮਤਲਬ ਜਿਹੜੇ ਕੰਮ ਆਦਮੀ ਇਸ ਕੰਪਨੀ 'ਚ ਬਹਿ ਕੇ ਕਰ ਸਕਦੇ ਨੇ ਉਹੀ ਸੇਮ ਕੰਮ ਫੀਮੇਲ ਵੀ ਕਰ ਸਕਦੀਆਂ ਨੇ। ਲਾਈਕ ਫੀਮੇਲ ਰਾਤ ਨੂੰ ਆ ਕੇ ਕਿਚਨ 'ਚ ਕੰਮ ਕਰਦੇ ਨੇ, ਉਹੀ ਸੇਮ ਕੰਮ ਉਹਨਾਂ ਦੇ ਨਾਲ ਹੱਥ ਬਟਾਉਣ ਦੀ ਗੱਲ ਕੌਣ ਕਰ ਸਕਦਾ, ਮੇਲ ਵੀ ਕਰ ਸਕਦੇ ਨੇ। ਮਤਲਬ ਕਿ ਹਰੇਕ ਦੇ ਵਿੱਚ ਕੈਪੇਬਿਲਿਟੀ ਕੀ ਹੋਣੀ ਚਾਹੀਦੀ, ਇਕੁਅਲ ਹੋਣੀ ਜ਼ਰੂਰੀ ਹੈ। ਇਹੀ ਵਰਡ ਸਾਨੂੰ ਕਿਹਦੇ ਵਿੱਚ ਲੈ ਕੇ ਜਾਂਦਾ, ਇਕੁਆਲਿਟੀ ਵਰਡ ਦੇ ਵਿੱਚ ਲੈ ਕੇ ਜਾਂਦਾ ਹੈ, ਜਿਹਦੇ ਵਿੱਚ ਹਰੇਕ ਬੰਦੇ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਣਗੇ, ਜਿਹਨੂੰ ਅਸੀਂ ਕੀ ਬੋਲਦੇ ਹਾਂ, ਸੇਮ ਰਾਈਟਸ ਬੋਲਦੇ ਆ, ਜਾਂ ਫਿਰ ਹਰੇਕ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣਗੇ, ਜਿਹਨੂੰ ਅਸੀਂ ਸੇਮ ਓਪਰਚੁਨਿਟੀ ਬੋਲਦੇ ਆ। ਜਿਹਦੇ ਵਿਚਕਾਰ ਕਾਦੇ ਰਾਈਟਸ ਹੋਣਗੇ, ਕਾਦੇ ਓਪਰਚੁਨਿਟੀਜ਼ ਹੋਣਗੀਆਂ। ਹਰੇਕ ਬੰਦੇ ਵਿਚਕਾਰ ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਉੱਥੇ ਲਰਨਿੰਗ ਸਭ ਨੂੰ ਬਰਾਬਰ ਦਿੱਤੀ ਜਾਊਗੀ ਔਰ ਹਰੇਕ ਨੂੰ ਸੇਮ ਵਰਕਿੰਗ ਦਿੱਤਾ ਜਾਊਗਾ। ਕਿਸੇ ਨੂੰ ਜੈਂਡਰ ਦੇ ਅਧਿਕਾਰ ਤੇ ਵਰਕਿੰਗ ਘੱਟ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਜੈਂਡਰ ਦੇ ਅਧਿਕਾਰ ਤੇ ਵਰਕਿੰਗ ਵੱਧ ਨਹੀਂ ਹੋਣੀ ਚਾਹੀਦੀ। ਵੈਸੇ ਤਾਂ ਆਮ ਇਹ ਚੀਜ਼ ਨੂੰ ਅਸੀਂ ਰਿਮੂਵ ਨਹੀਂ ਕਰ ਸਕੇ, ਕੁਝ ਹੱਦ ਤੱਕ ਇਹ ਚੀਜ਼ਾਂ ਰਿਮੂਵ ਹੋਈਆਂ ਨੇ, ਪਰ ਅਸੀਂ ਕੁਝ ਤੱਕ ਹਜੇ ਵੀ ਇਹ ਚੀਜ਼ਾਂ ਬਣੀ ਹੋਈਆਂ ਨੇ। ਮੇਲ ਔਰ ਫੀਮੇਲ 'ਚ ਹਜੇ ਵੀ ਡਿਫਰੈਂਸ ਬਣਾਇਆ ਜਾਂਦਾ ਹੈ, ਹਜੇ ਵੀ ਉੱਥੇ ਜੈਂਡਰ ਇਨਕੁਆਲਿਟੀ ਕੀਤੀ ਜਾਂਦੀ ਹੈ। ਮੇਲ ਨੂੰ ਵੱਧ ਕੰਮ ਦਿੱਤਾ ਜਾਂਦਾ ਹੈ, ਫੀਮੇਲ ਨੂੰ ਘੱਟ ਕੰਮ ਦਿੱਤਾ ਜਾਂਦਾ ਹੈ। ਮੇਲ ਨੂੰ ਵੱਧ ਸੈਲਰੀ ਦਿੱਤੀ ਜਾਂਦੀ ਹੈ, ਫੀਮੇਲ ਨੂੰ ਘੱਟ ਸੈਲਰੀ ਦਿੱਤੀ ਜਾਂਦੀ ਹੈ। ਮੇਲ ਤੋਂ ਘੱਟ ਘੰਟੇ ਕੰਮ ਦਾ ਕੰਮ ਮਿਲਦਾ ਹੈ, ਫੀਮੇਲ ਨੂੰ ਉਹੀ ਵੱਧ ਘੰਟੇ ਕੰਮ ਮਿਲਦਾ ਹੈ। ਕਹਿਣ ਦਾ ਮਤਲਬ ਡਿਫਰੈਂਸੀਏਸ਼ਨ ਕੁਝ ਹੈਗਾ ਹਜੇ ਤੱਕ ਵੀ, ਉਸ ਚੀਜ਼ ਨੂੰ ਅਸੀਂ ਪ੍ਰੋਪਰ ਰਿਮੂਵ ਨਹੀਂ ਕਰ ਪਾਇਆ। ਲੇਕਿਨ ਐਜ਼ ਅ ਇਕੁਆਲਿਟੀ ਦੀ ਗੱਲ ਕਰਾਂ ਤੇ ਕੁਆਲਿਟੀ ਦੇ ਵਿੱਚ ਪ੍ਰੋਪਰ ਕੁਆਲੀਫਿਕੇਸ਼ਨ ਹੋਣੀ ਜ਼ਰੂਰੀ ਹੈ, ਪ੍ਰੋਪਰ ਐਬਿਲਿਟੀ ਹੋਣੀ ਚਾਹੀਦੀ ਹੈ, ਪ੍ਰੋਪਰ ਕੈਪੇਬਿਲਿਟੀ ਹੋਣੀ ਜ਼ਰੂਰੀ ਹੈ। ਹਰੇਕ ਬੰਦੇ ਨੂੰ ਸੇਮ ਰਾਈਟਸ ਮਿਲਣੇ ਚਾਹੀਦੇ ਹੈ, ਵੈਦਰ ਇਟ ਵਿਲ ਬੀ ਅ ਮੇਲ ਔਰ ਵੈਦਰ ਇਟ ਵਿਲ ਬੀ ਅ ਫੀਮੇਲ। ਚਾਹੇ ਸਾਡੇ ਵਾਸਤੇ ਮੇਲ ਹੈ ਚਾਹੇ ਸਾਡੇ ਵਾਸਤੇ ਕੀ ਹੈ, ਫੀਮੇਲ ਹੈ। ਮੈਨੂੰ ਹੁਣੀ ਗੱਲ ਦੱਸੀ ਸੀ, ਇਟ ਡਸ ਨਾਟ ਪਰਸੀਵ ਐਨੀ ਡਿਫਰੈਂਸਿਸ। ਦੋਨਾਂ ਵਿਚਕਾਰ ਕੋਈ ਵੀ ਡਿਫਰੈਂਸ ਨਹੀਂ ਹੋਣਾ ਚਾਹੁੰਦਾ। ਕਿਹੜੇ ਦੋ ਸੈਟਸ ਨੇ ਸਾਡੇ ਵਾਸਤੇ, ਦੋ ਹੀ ਸੈਟਸ ਨੇ, ਇੱਕ ਸਾਡੇ ਵਾਸਤੇ ਮੇਲ ਇੰਡੀਵਿਜੂਅਲ ਹੈ, ਇੱਕ ਸਾਡੇ ਵਾਸਤੇ ਕੀ ਹੈ, ਇੱਕ ਫੀਮੇਲ ਇੰਡੀਵਿਜੂਅਲ ਹੈ। ਮਤਲਬ ਕਿ ਇਕੁਆਲਿਟੀ ਦੇ ਵਿੱਚ ਹੋਊਗਾ ਕਿ ਹਰੇਕ ਮੇਲ ਔਰ ਫੀਮੇਲ ਨੂੰ ਅਸੀਂ ਕੀ ਦੇਵਾਂਗੇ, ਬਰਾਬਰ ਦਾ ਅਧਿਕਾਰ ਦੇਵਾਂਗੇ। ਕਿਸੇ ਨੂੰ ਇਹ ਨਹੀਂ ਹੋਊਗਾ ਕਿ ਕਿਸੇ ਨੂੰ ਕੰਮ ਵੱਧ ਦਿੱਤਾ, ਕਿਸੇ ਨੂੰ ਕੰਮ ਘੱਟ ਦਿੱਤਾ, ਕਿਸੇ ਨੂੰ ਘੱਟ ਸੈਲਰੀ ਦੇਤੀ, ਕਿਸੇ ਨੂੰ ਵੱਧ ਸੈਲਰੀ ਦੇਤੀ। ਸਾਡੀ ਕੁਆਲਿਟੀ ਵਰਡ ਦੇ ਵਿੱਚ ਅਗਰ ਗੱਲ ਕਰੀ ਕੰਸਟੀਟਿਊਸ਼ਨ ਦੀ, ਤਾਂ ਸਾਡੇ ਆਪਣੀ ਗਵਰਨਮੈਂਟ ਨੇ ਵੀ ਰਾਈਟ ਟੂ ਕੁਆਲਿਟੀ ਦਾ ਅਧਿਕਾਰ ਦਿੱਤਾ ਹੋਇਆ ਕਿ ਹਰੇਕ ਬੰਦੇ ਨੂੰ ਬਰਾਬਰ ਸਮਝਿਆ ਜਾਊਗਾ। ਕਿਸੇ ਨੂੰ ਜਾਤ ਪਾਤ ਦੇ ਅਧਿਕਾਰ ਤੇ ਕੋਈ ਵੀ ਮਤਲਬ ਕਿ ਡਿਫਰੈਂਸੀਏਸ਼ਨ ਨਹੀਂ ਕੀਤਾ ਜਾਊਗਾ ਜਾਂ ਭੇਦਭਾਵ ਨਹੀਂ ਕੀਤਾ ਜਾਊਗਾ, ਹਰੇਕ ਨੂੰ ਬਰਾਬਰ ਸਮਝਿਆ ਜਾਊਗਾ। ਠੀਕ ਹੈ, ਹਾਂਜੀ। ਅੱਗੇ ਦੇਖੋ ਕਹਿੰਦਾ ਕੀ ਹੈ, ਅਗਲੇ ਪੁਆਇੰਟ 'ਚ ਕਹਿੰਦਾ ਕੀ ਹੈ, ਇਹਦੇ ਵਿੱਚ ਜਿਹੜੇ ਬੱਚੇ ਮਤਲਬ ਮੇਲ ਨੂੰ ਔਰ ਫੀਮੇਲ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਹੈ, ਕੋਈ ਵੀ ਡਿਫਰੈਂਸ ਨਹੀਂ ਰੱਖਿਆ ਜਾਂਦਾ, ਹਰੇਕ ਬੰਦੇ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਹੈ। ਤਾਂ ਦੋ ਵੇ ਨਾਲ ਦਿੱਤਾ ਜਾ ਸਕੇ, ਇੱਕ ਸੁਸਾਇਟੀ ਦੇ ਵਿੱਚ ਵੀ ਵੂਮੈਨ ਨੂੰ ਬਰਾਬਰ ਅਧਿਕਾਰ ਮਿਲਣਾ ਚਾਹੀਦਾ ਹੈ, ਇੱਕ ਐਜੂਕੇਸ਼ਨਲ ਵਰਡ ਦੇ ਵਿੱਚ ਵੀ ਕਹਿੰਦਾ ਮਤਲਬ ਕੀ ਹੈ, ਇੱਕ ਜਿਹੜੇ ਤੁਹਾਡਾ ਆਪਣਾ ਵਿਦਿਆ ਦਾ ਪਾਤਰ ਹੈ ਉਹਦੇ ਵਿੱਚ ਵੀ ਇੱਕ ਮੇਲ ਨੂੰ ਇੱਕ ਫੀਮੇਲ ਨੂੰ ਬਰਾਬਰ ਦਾ ਅਧਿਕਾਰ ਦੇਣਾ ਜ਼ਰੂਰੀ ਹੈ। ਪਰ ਐਸਾ ਨਹੀਂ ਹੁੰਦਾ। ਸੁਸਾਇਟੀ ਦੇ ਵਿੱਚ ਲੜਕੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਪਹਿਲੀ ਗੱਲ ਤਾਂ ਇਹ ਸੁਣ ਲਓ। ਉਸ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਸਤੀ ਪ੍ਰਥਾ ਇੱਕ ਚੱਲਦੀ ਸੀ, ਇੱਕ ਮਤਲਬ ਕਿ ਕਹਿ ਸਕਦੇ ਟ੍ਰੈਡੀਸ਼ਨ ਚੱਲਦਾ ਸੀ। ਲੇਕਿਨ ਜਦੋਂ ਕਿਸੇ ਇੱਕ ਲੜਕੀ ਦੀ ਹਸਬੈਂਡ ਦੀ ਡੈਥ ਹੁੰਦੀ ਸੀ ਤਾਂ ਉਹਦੀ ਚੀਤਾ ਉੱਤੇ ਲੜਕੀ ਵੀ ਲਿਟਾ ਦਿੱਤੀ ਜਾਂਦੀ ਸੀ। ਠੀਕ ਹੈ, ਇਹ ਕੁਝ ਹੱਦ ਤੱਕ ਚੀਜ਼ਾਂ ਰਿਮੂਵ ਹੋ ਚੁੱਕੀਆਂ ਸੁਸਾਇਟੀ ਵਾਈਜ਼। ਠੀਕ ਹੈ, ਅਗਰ ਗੱਲ ਕੀਤੀ ਜਾਵੇ। ਪਰ ਅਗਰ ਮੈਂ ਆਪਣੀ ਆਈਡੀਓਲੋਜੀ ਦੀ ਗੱਲ ਕਰਾਂ, ਆਈਡੀਓਲੋਜੀ ਮਤਲਬ ਇੱਕ ਜੈਂਡਰ ਆਈਡੀਓਲੋਜੀ ਦੀ ਗੱਲ ਕਰਾਂ, ਤਾਂ ਮੇਲ ਔਰ ਫੀਮੇਲ ਨੂੰ ਸੁਸਾਇਟੀ ਸਾਈਡ ਤੋਂ ਔਰ ਪਲੱਸ ਐਜੂਕੇਸ਼ਨਲ ਸਾਈਡ ਤੋਂ ਦੋਨਾਂ ਨੂੰ ਕੀ ਮਿਲਣੀ ਚਾਹੀਦੀ ਹੈ, ਬਰਾਬਰ ਦਾ ਅਧਿਕਾਰ ਮਿਲਣਾ ਜ਼ਰੂਰੀ ਹੈ। ਕਹਿਣ ਦਾ ਮਤਲਬ ਇਨ ਫੈਕਟਰਸ ਦੀ ਗੱਲ ਕੀਤੀ ਜਾਵੇ ਤਾਂ ਮੇਲ ਔਰ ਫੀਮੇਲ ਦੇ ਵਿੱਚ ਕੋਈ ਵੀ ਭੇਦਭਾਵ ਨਾ ਕੀਤਾ ਜਾ ਸਕੇ। ਠੀਕ ਹੈ ਜੀ, ਧਿਆਨ ਰੱਖਣਾ ਬੱਚੇ। ਨੈਕਸਟ ਦੇਖੋ ਕਿ ਕਹਿੰਦਾ ਕੀ ਹੈ, a few in the age of the child make a much more difference than the few years in the life of the adult। ਹੁਣ ਇਹਦੇ ਇੰਗਲਿਸ਼ ਦੇ ਵਿੱਚ ਤਾਂ ਮਤਲਬ ਸਮਝ ਗਏ, ਪੰਜਾਬੀ 'ਚ ਮਤਲਬ ਕੀ ਬਣਦਾ ਇਸ ਚੀਜ਼ ਦਾ। ਕਹਿੰਦਾ ਜ਼ਿੰਦਗੀ ਦੇ ਬੱਚੇ ਦੇ ਜਦੋਂ ਇੱਕ ਛੋਟਾ ਜਿਹੜਾ ਬੱਚਾ ਹੁੰਦਾ ਉਹੀ ਉਸੇ ਉਮਰ ਤੋਂ ਜਦੋਂ ਬੱਚਾ ਐਡਲਟ ਬਣ ਜਾਂਦਾ ਹੈ ਉਹਦੇ 'ਚ ਬਹੁਤ ਜ਼ਿਆਦਾ ਡਿਫਰੈਂਸ ਬਣਾ ਦਿੱਤੇ ਜਾਂਦੇ ਨੇ। ਕਿਵੇਂ ਡਿਫਰੈਂਸ ਬਣਾ ਦਿੱਤੇ ਜਾਂਦੇ ਨੇ, ਲਾਈਕ ਅਗਰ ਗੱਲ ਕੀਤੀ ਜਾ ਸਕੇ ਤਾਂ ਸ਼ੁਰੂ ਤੋਂ ਦੇਖੋ ਜਦੋਂ ਇੱਕ ਨਵਾਂ ਬੱਚਾ ਜੰਮਦਾ ਹੈ ਤਾਂ ਮੇਲ ਵਾਲੇ ਸਾਰੇ ਖੁਸ਼ ਹੋ ਜਾਂਦੇ ਨੇ, ਜੋ ਫੀਮੇਲ ਹੁੰਦੀ ਹੈ ਉਹਦੇ ਵਾਲੇ ਸਾਰੇ ਦੁਖੀ ਹੋ ਜਾਂਦੇ ਨੇ। ਈਵਨ ਕਿ ਇੱਥੇ ਤੱਕ ਹੀ ਦੇਖਿਆ ਜਾ ਸਕੇ ਜੋ ਇਨਫੈਂਸੀ ਪੀਰੀਅਡ ਹੁੰਦਾ, ਇਨਫੈਂਸੀ ਮਤਲਬ ਜੋ ਨਿਊ ਬੋਰਨ ਬੇਬੀ ਵਾਲਾ ਪੀਰੀਅਡ ਹੁੰਦਾ ਹੈ 1 ਤੋਂ ਲੈ ਕੇ 2 ਸਾਲ ਤੱਕ ਦਾ, ਜਿਹਨੂੰ ਅਸੀਂ ਇਨਫੈਂਸੀ ਪੀਰੀਅਡ ਬੋਲਦੇ ਆ। ਉਸ ਟਾਈਮ ਦੇ ਵਿੱਚ ਲੜਕੀ ਦੇ ਅਲੱਗ ਕੱਪੜੇ ਲਿਆ ਦਿੱਤੇ ਜਾਂਦੇ ਨੇ, ਲੜਕੇ ਦੇ ਅਲੱਗ ਕੱਪੜੇ ਲਿਆ ਦਿੱਤੇ ਜਾਂਦੇ ਨੇ। ਇਹ ਤਾਂ ਚਲੋ ਗੱਲ ਕਰਦਾ ਮੈਂ ਕਲੋਥ ਦੀ ਗੱਲ ਕੀਤੀ ਜਾਂਦੀ ਹੈ। ਅਗਰ ਮੈਂ ਗੱਲ ਕਰਾਂ ਟੋਏ ਦੀ, ਤਾਂ ਟੋਏ ਵਾਸਤੇ ਕੀ ਹੁੰਦਾ ਹੈ, ਲੜਕੀ ਵਾਸਤੇ ਪਿੰਕ ਖਿਡੌਣਾ ਲਗਾ ਦਿੱਤਾ ਜਾਂਦਾ ਜਾਂ ਪਿੰਕ ਕਲਰ ਦਾ ਸੂਟ ਪਾ ਦਿੱਤਾ ਜਾਂਦਾ ਹੈ, ਔਰ ਲੜਕੇ ਵਾਸਤੇ ਕੋਈ ਵੀ ਬ੍ਰਾਈਟ ਕਲਰ ਦੇ ਕੱਪੜੇ ਪਾ ਦਿੱਤੇ ਜਾਂਦੇ। ਯਾਨੀ ਕਿ ਡਿਫਰੈਂਸੀਏਸ਼ਨ ਅਸੀਂ ਸ਼ੁਰੂ ਤੋਂ ਹੀ ਕਰਨ ਲੱਗ ਜਾਂਦੇ ਹਾਂ, ਚਾਹੇ ਸਾਡੇ ਵਾਸਤੇ ਇਨਫੈਂਸੀ ਪੀਰੀਅਡ ਹੈ, ਚਾਹੇ ਸਾਡੇ ਵਾਸਤੇ ਚਾਈਲਡਹੁੱਡ ਹੈ, ਚਾਹੇ ਸਾਡੇ ਐਡੋਲਸੈਂਸ ਹੈ, ਜਾਂ ਸਾਡੇ ਵਾਸਤੇ ਕੀ ਹੈ ਅਡਲਟ ਪੀਰੀਅਡ ਹੈ। ਮਤਲਬ ਕੀ ਹੈ, ਬੱਚੇ ਵਿਚਕਾਰ ਸ਼ੁਰੂ ਤੋਂ ਹੀ ਡਿਫਰੈਂਸ ਪਾ ਦਿੱਤਾ ਜਾਂਦਾ ਵੀ ਤੂੰ ਲੜਕੀਆਂ ਤਾਂ ਲੜਕੀਆਂ ਵਾਂਗ ਰਿਹਾ, ਤੂੰ ਲੜਕਿਆ ਤਾਂ ਲੜਕੇ ਵਾਂਗ ਰਿਹਾ। ਜਿਵੇਂ ਕਿ ਮੈਂ ਨੀਚੇ ਅਗਲੀ ਪੇਜ ਉੱਤੇ ਮੈंने ਨੀਚੇ ਦਿਖਾ ਵੀ ਦਿੱਤਾ ਗਿਆ, ਜਿਹੜਾ ਤੁਹਾਡੇ ਸਾਹਮਣੇ ਇੱਕ ਕੰਡਾ ਪਿਆ, ਕੰਡੇ ਵਿਚਕਾਰ ਇੱਥੇ ਮੇਲ ਵੀ ਹੈ, ਇੱਥੇ ਇੱਕ ਫੀਮੇਲ ਵੀ ਹੈ। ਕਾਰਨ ਕੀ ਹੈ, ਇੱਥੇ ਜਿਹੜਾ ਪੁਆਇੰਟ ਹੈ ਆਹ ਜਿਹੜਾ ਤਰਾਜੂ ਦਾ ਇੱਕ
ਤੋਲ ਮਾਰਕ ਕਰਨ ਵਾਲਾ ਮਾਰਕ ਹੈ ਇਹ ਕੀ ਹੈ ਇਕੁਅਲ ਨਹੀਂ ਹੈਗਾ। ਇਕੁਅਲ ਤਾਂ ਹੀ ਹੋਊਗਾ ਜੇ ਬੱਚੇ ਵਿਕਾਰ ਐਜੂਕੇਸ਼ਨਲ ਪ੍ਰੈਕਟਿਸਿਸ ਯੂਜ਼ ਕੀਤੀ ਜਾਣਗੀਆਂ। ਮੇਲ ਔਰ ਫੀਮੇਲ ਨੂੰ ਕੀ ਮੰਨਿਆ ਜਾਊਗਾ ਬਰਾਬਰ ਦਾ ਅਧਿਕਾਰ ਦਿੱਤਾ ਜਾਊਗਾ। ਬਰਾਬਰ ਦਾ ਅਧਿਕਾਰ ਤਾਂ ਹੋਊਗਾ ਜੇ ਇਕੁਅਲ ਓਪਰਚੁਨਿਟੀ ਦਿੱਤੀ ਜਾਣਗੀਆਂ, ਇਕੁਅਲ ਰਾਈਟਸ ਦਿੱਤੇ ਜਾਣਗੇ, ਹਰੇਕ ਨੂੰ ਪੜ੍ਹਨ ਦਾ ਅਧਿਕਾਰ ਦਿੱਤਾ ਜਾਊਗਾ। ਇਹ ਤਰਾਜੂ ਤਾਂ ਹੀ ਇਕੁਅਲ ਹੋਊਗਾ ਜੋ ਮੇਲ ਔਰ ਫੀਮੇਲ ਦੇ ਵਿੱਚ ਜਿਹੜੇ ਜੈਂਡਰ ਦੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ ਇਹ ਦੂਰ ਕੀਤੀ ਜਾ ਸਕੇ। ਲਾਈਕ ਜਿਵੇਂ ਕਿ ਤੁਹਾਨੂੰ ਪਿਕਚਰ 'ਚ ਪਤਾ ਲੱਗ ਰਿਹਾ ਹੋਊਗਾ मेल नीचे है और फीमेल ऊपर है, या फिर फीमेल नीचे है मेल ऊपर है, ये सोसाइटी ही बनाती है। लाइक मैं तुहानू पहले भी दस्सिया सी जो चैप्टर की स्टार्टिंग करवाई सी कि लड़की जिहड़ी हुंदी है जो पैदा हुंदी है तो सैक्स वाइज डिफरेंशिएशन किया जाता भी लड़की पैदा हुई है, लेकिन जिहड़ा एक वूमेन वर्ड है ना औरत वाला वर्ड है वो समाज बनाता है, ठीक है, समाज बनाता है, ठीक है, ताकि लड़की पैर की जुत्ती अज तक बनी रह जाए। लेकिन अज मैं वही गल दस रहा कुछ हद तक इस रिमूव कर पाए हैं, लेकिन अज भी ट्रेडिशन हज भी रखे जाते हैं। सोहरे घर कुड़ी आती है आदमी क्यों नहीं जा सकता, ठीक है। लाइक एग्जाम्पल होगी उपर जी एग्जाम्पल दी सी कैमरामैन वाली, कैमरा पर्सन क्यों नहीं यूज किया जा सकता, लाइक पुलिस ऑफिसर क्यों नहीं यूज किया जा सकता। ये पता लगता कि जेंडर डिफरेंसीएशन कुछ हद तक रिमूव होए ने, वो तां ही रिमूव होए ने जो एजुकेशन प्रैक्टिस दी जा रही है। हुण ध्यान रखियो यही चीज़ तां ही इक्वल हो सकती है जे प्रॉपर बच्चे नूं लड़कियां नूं वध पढ़ाया जा सके और लड़कियां नूं भी वध पढ़ाया जा सके। अगर पढ़ाने की गल की जा सके तो लड़कियां नूं 14वीं पास करा के लड़की मतलब 14 साल की लड़की हुंदी है तो 10वीं भी कर दी जाती है, तो ब्याह करन तो रखी जाती है। इवन कि साडी गवर्नमेंट ने भी रेप केस के विच 16 साल की उम्र को लड़कियों की रखी हुई है, 18 साल की उम्र साढ़े लड़कियों की रखी हुई है। क्यों 16 साल रखी है, 18 साल इक्वल अपॉर्चुनिटी दी जा सके। इत्थे भी अजकल जो मतलब कि इस टॉपिक का नाम ही जेंडर कंस्ट्रक्ट है। ये जो जेंडर कंस्ट्रक्ट है ना एक जरा मतलब कि पुरुष जात बनाई जाती है, औरत जात बनाई जाती है, इसमें सोसाइटी ही वर्ड दिंदी है। आम शुरू तो नहीं चीज़ां रखी जाती जो जमदा है सिर्फ यही दिखाया जाता भी लड़का हो कि लड़की हुई है, लेकिन वाकई वो लड़की होना वो साढ़े वास्ते सोसाइटी बनाती है वर्ड, असी आम नहीं बनाते। शुरू तो नहीं वर्ड जुड़िया ये सोसाइटी तो जुड़िया जिहदा नाम साढ़े वास्ते कि एक जेंडर एज अ सोशल कंस्ट्रक्ट है। मतलब कि लिंग के आधार पर भेदभाव करना यह जेंडर मतलब एक सोसाइटी ही कंस्ट्रक्ट करती है, सोसाइटी की संरचना करती है, और कुछ नहीं हो सकता इस चीज़ के, ठीक है। किहड़ी बेसिस ने जिस आधार पर इनक्वालिटीज की जाती है, लाइक सैक्स के आधार पर जिवें कि ऑलरेडी मैं तुहानूं दस चुकिया, एज के आधार पर जिवें कि हुण मैं दस्सिया 16 ते 18 साल का डिफरेंसीएशन, कास्ट सिस्टम तुहानूं दस चुकिया मतलब कि कोई अपर हुंदा है, कोई रूरल हुंदा है, कोई पिंड दा हुंदा है, कोई शहर दा हुंदा है, लाइक कोई ऐसे कैटेगरी हुंदा है, कोई अर्बन कैटेगरी हुंदी है, या फिर लाइक दूसरे पासे जा सकते हो कास्ट सिस्टम दे विच मेल फैक्टर नूं अलग रखिया जांदा है, फीमेल फैक्टर नूं अलग रखिया जांदा है। सोशियो इकनॉमिक स्टेटस के आधार पर और परसेंटेज के आधार पर किहड़े कपड़े मुंडे पाणगे, किहड़े कपड़े कुड़ियां पाणगियां, या फिर रंगां दे आधार पर जिहड़ी कुड़ी दा रंग गोरा है ओबवियस है वो स्मार्ट भी होएगी, जिहड़ी कुड़ी दा रंग काला है ओबवियस उहनूं की कीता जाऊगा निगलैक्ट भी किया जाऊगा, नज़रअंदाज भी किया जाऊगा। ये कुछ कारण ने जिहदे आधार ते की कीती जांदी है डिस्क्रिमिनेशन की जांदी ने, यही कारण ने जो मेल और फीमेल दे विच की लेके आंदियां ने इनक्वालिटीज लेके आंदियां ने, ठीक है जी। नैक्सट आओ जेंडर रोल टाइपिंग। पेपर के अकॉर्डिंग मैं तुहानूं दस्सिया सीगा कि जिहड़ा जेंडर का डिस्क्रिमिनेशन है कित्थों शुरू हो जाता है, वही गल कह रहे इन्फेंसी पीरियड तो स्टार्ट हो जाता है। जो लड़की होंगी है तो वो पिंक कलर के कपड़े पा दिते जाते हैं, ठीक है, कपड़े पा, या फिर कहना पता जो बॉयज़ होंगे ने उन्होंने अलग कपड़े की वैरायटी दी जाती है, या फिर लड़कियों को सॉफ्ट टॉक दी जाती है। सॉफ्ट टॉक मतलब उन्होंने बोलिया जाता है कि जो किसी ने गलबात करोगे तो सॉफ्ट नेचर की होकर गलबात करनी है, भड़कना नहीं पैंदा। और जो लड़के होंगे ने हार्ड टॉक करते हैं, मतलब कि उन्होंने जी पावर होंगी बोलने की क्षमता होंगी है, हमेशा जो इन्फ्लुएंस नहीं होंगे हार्ड वे नाल गल करते हैं, सख्ती वे नाल गल करते हैं। वही अगे गल की होंगी अर्ली चाइल्डहुड की। बच्चे ध्यान सुनियो इत्थे एक वर्ड अट्रैक्ट करूँगा तुहाडे सामने, जिहड़े दो स्टेजिस ने ना, इत्थे जिहड़ा बच्चा हुंदा है अपने लैंगुएज डिवेलपमेंट ज़्यादा तो ज़्यादा कर लैंदा है। वैसे एक MCQs नीचे भी दिता हुआ है, ये दसूँगा इस पॉइंट के विच ना आह दोनों जिहड़े पॉइंट्स ने, एक तुहाडी इन्फेंसी पीरियड, एक तुहाडा अपना अर्ली चाइल्डहुड पीरियड। ये जिहड़ा पीरियड हुंदा 0 तो लैके 2 साल तक का हुंदा है, जिहड़ा पीरियड हुंदा तुहाडा अपना 6 साल तक का हुंदा है। कहने का मतलब इत्थे बच्चा अपने लैंगुएज डिवेलपमेंट ज़्यादा तो ज़्यादा करता है जिवें जिवें बच्चे नूं उम्र बढ़ती जाती है, ठीक है। अगर लैंगुएज डिवेलपमेंट इन्हां 2 स्टेजिस विच ना हुई होवे तो जिमें जिमें उम्र बढ़ती जाती है बच्चे की लैंगुएज इक्विजेशन, लैंगुएज नूं परचेज करना, लैंगुएज नूं सीखना उन्ना ही की हो जाता मुश्किल हो जाती। किहड़ी 2 स्टेजिस दे विच एडोलसेंस भी हो सकती है, एडल्टहुड भी हो सकती है,
ओल्ड एज भी हो सकती है। ध्यान के पेपर च पूछ लेंगे ने ਕਿਹੜੀ ਦੋ ਸਟੇਜ ਦੇ ਵਿੱਚ ਲੈਂਗੁਏਜ ਡਿਵੈਲਪਮੈਂਟ ਸਭ ਤੋਂ ਵੱਧ ਹੁੰਦੀ ਹੈ। ਤੇ ਇੱਕ ਇਨਫੈਂਸੀ ਪੀਰੀਅਡ ਹੈ ਔਰ ਦੂਸਰਾ ਤੁਹਾਡੇ ਪਾਸੇ ਕੀ ਹੈ अर्ਲੀ ਚਾਈਲਡਹੁੱਡ ਦਾ ਪੀਰੀਅਡ ਹੈ। ਇਹੀ ਦੋ ਸਟੇਜਸ ਵਿੱਚ ਆ ਕੇ ਬੱਚਾ ਆਪਣੀ ਲੈਂਗੁਏਜ ਦੀ ਡਿਵੈਲਪਮੈਂਟ ਕਰਦਾ ਹੈ। ਮਤਲਬ ਕਿ ਜਿੰਨੀ ਲੈਂਗੁਏਜ ਵੱਧ ਤੋਂ ਵੱਧ ਸਿੱਖੂਗਾ ਬੱਚੇ ਦੀ ਓਨੀ ਗਰੋਥ ਹੋਏਗੀ। ਅਗਰ ਗਰੋਥ ਪੀਰੀਅਡ ਦੇ ਵਿੱਚ ਕਮੀ ਆਉਂਦੀ ਹੈ ਤਾਂ ਇਨਫੈਂਸੀ ਪੀਰੀਅਡ ਓਬਵੀਅਸ ਖਰਾਬ ਹੈ, अर्ਲੀ ਚਾਈਲਡਹੁੱਡ ਦਾ ਪੀਰੀਅਡ ਕੀ ਹੋ ਜਾਏਗਾ ਖਰਾਬ ਹੋ ਜਾਏਗਾ। ਮੈਂ ਦੂਜੀ ਗੱਲ ਇਹ ਦੱਸਣ ਜਾ ਰਿਹਾ ਪੀਡੀਐਫ ਦੇ ਵਿੱਚ ਸਾਰਾ ਕੁਝ ਮੈਂਸ਼ਨ ਨਹੀਂ ਹੁੰਦਾ। ਤੁਸੀਂ ਆਪਣੀ ਕਾਪੀ ਪੈਨ ਨਾਲ ਉਠਾਣੇ ਨੇ। ਅਗਰ ਪ੍ਰਿੰਟ ਆਊਟ ਕੱਢੇ ਹੋਏ ਨੇ ਤਾਂ ਪ੍ਰਿੰਟ ਆਊਟ ਦੇ ਅਕੋਰਡਿੰਗ ਲਿਖਣਾ ਹੈ ਤਾਂ ਕਿ ਪਤਾ ਲੱਗਦਾ ਰਹੇ ਸਾਰਾ ਕੁਝ। ਠੀਕ ਹੈ ਬੱਚੇ। ਨੈਕਸਟ ਅੱਗੇ ਪਿਕਚਰਸ ਦਿੱਤੀ ਹੋਈਆਂ ਨੇ। ਹੁਣ ਜਿਵੇਂ ਕਿ ਇੱਥੇ ਡਿਫਰੈਂਸ਼ੀਏਸ਼ਨ ਕੀਤਾ ਗਿਆ, ਕੀ ਡਿਫਰੈਂਸ਼ੀਏਸ਼ਨ ਕੀਤਾ ਹੋਇਆ ਹੈ। ਆ ਇੱਕ ਮਾਂ ਹੈ, ਠੀਕ ਹੈ, ਜਿਹਦੀ ਗੋਦੀ ਵਿੱਚ ਇੱਕ ਲੜਕੀ ਹੈ। ਲੜਕੀ ਹਮੇਸ਼ਾ ਘਰ ਹੀ ਰਹੀ ਹੈ। ਲਾਈਕ ਮਾਂ ਕਿਚਨ ਦੇ ਵਿੱਚ ਕੁਕਿੰਗ ਕਰਦੇ ਪਏ ਨੇ। ਲੜਕੀ ਦੇ ਹੱਥ ਵਿੱਚ ਫੋਨ ਫੜਿਆ ਹੋਇਆ ਹੈ। ਉਹ ਜੋ ਮਾਂ ਨੂੰ ਫੋਨ ਸੁਣਾ ਰਹੀ ਹੈ ਕਿ ਹਾਂ ਇਹ ਚੀਜ਼ ਤੁਸੀਂ ਫੋਨ ਤੇ ਗੱਲ ਕਰੋ। ਮਤਲਬ ਕਿ ਇੱਕ ਮੇਲ ਫੀਮੇਲ ਨੂੰ ਕੀ ਦੱਸਿਆ ਜਾਂਦਾ ਤੁਸੀਂ ਘਰ ਹੀ ਰਹਿਣਾ ਹੈ। ਔਰ ਇੱਕ ਲਾਈਕ ਇਹ ਤੁਹਾਡਾ ਇੱਕ ਬ੍ਰਦਰ ਵੀ ਹੋ ਸਕਦਾ ਲੜਕੀ ਦਾ, ਜਾਂ ਇੱਕ ਮਾਂ ਦਾ ਬੇਟਾ ਵੀ ਹੋ ਸਕਦਾ ਹੈ ਜੋ ਬਾਹਰ ਗਰਾਊਂਡ ਦੇ ਵਿੱਚ ਕੀ ਕਰਦਾ ਹੈ ਕ੍ਰਿਕਟ ਖੇਡਦਾ ਹੈ। ਮਤਲਬ ਕਿ ਲੜਕੀ ਨੂੰ ਕੀ ਦੱਸਿਆ ਜਾਂਦਾ ਤੁਸੀਂ ਘਰੇ ਰਹੋ ਔਰ ਲੜਕੇ ਨੂੰ ਕੀ ਦੱਸਿਆ ਜਾਂਦਾ ਤੁਸੀਂ ਬਾਹਰ ਕੀ ਕਰੋ ਪਲੇ ਕਰੋ ਤਾਂ ਕਿ ਕੀ ਹੋ ਸਕੇ ਨਾਮ ਰੋਸ਼ਨ ਕਰ ਸਕੋ। ਲਾਈਕ ਜਿਵੇਂ ਕਿ ਅਗਰ ਗੱਲ ਕੀਤੀ ਜਾ ਸਕੇ ਇੱਥੇ ਤਾਂ ਮਾਂ ਕਿਚਨ 'ਚ ਕੰਮ ਕਰ ਰਹੀ ਹੈ। ਇੱਥੇ ਇੱਕ ਬੱਚੇ ਨੂੰ ਸੌਫਟ ਟੁਆਇਸ ਦਿੱਤੇ ਜਾਂਦੇ ਨੇ ਜਿਹਦੀ ਕਿ ਬੱਚਾ ਘਰ ਘਰ ਖੇਡ ਰਿਹਾ। ਲਾਈਕ ਘਰ ਘਰ ਮਤਲਬ ਇੱਕ ਪਿਕਨਿਕ ਵੀ ਬਣਾ ਸਕਦਾ ਜਿੱਥੇ ਲੜਕੀ ਕੀ ਕਰਦੀ ਵੀ ਹੈ ਸਰਵਿੰਗ ਕਰਦੀ ਵੀ ਹੈ ਜਾਂ ਕਿਚਨ ਦੇ ਵਿੱਚ ਸੌਫਟ ਟੁਆਇਸ ਵਿੱਚ ਕੰਮ ਕਰਕੇ ਦਿਖਾ ਰਹੀ ਹੈ। ਉਹ ਜਿਹੜਾ ਨੀਚੇ ਲੜਕਾ ਦਿੱਤਾ ਹੋਇਆ ਹੈ ਇਹ ਸਾਡੇ ਵਾਸਤੇ ਕ੍ਰਿਕਟ ਮੈਚ ਖੇਡ ਰਿਹਾ, ਚਾਹੇ ਇੱਕ ਗਰਾਊਂਡ ਦੇ ਵਿੱਚ ਖੇਡ ਰਿਹਾ ਹੋਵੇ, ਚਾਹੇ ਨੈਸ਼ਨਲ ਲੈਵਲ ਤੇ ਹੋਵੇ ਜਾਂ ਡੋਮੈਸਟਿਕ ਲੈਵਲ ਤੇ ਹੋਵੇ, ਈਵਨ ਕਿ ਚਾਹੇ ਉਹ ਆਪਣੇ ਪਰਸਨਲ ਗਰਾਊਂਡ ਦੇ ਵਿੱਚ ਕ੍ਰਿਕਟ ਖੇਡ ਰਿਹਾ ਹੋਵੇ। ਮਤਲਬ ਕੀ ਹੈ ਲੜਕੀਆਂ ਨੂੰ ਦੱਸਿਆ ਜਾਂਦਾ ਤੁਸੀਂ ਘਰ ਰਹਿਣਾ ਸਿੱਖੋ ਔਰ ਲੜਕੇ ਨੂੰ ਕੀ ਦੱਸਿਆ ਜਾਂਦਾ ਤੁਸੀਂ ਬਾਹਰ ਨਿਕਲੋ ਤਾਂ ਕਿ ਪੜ੍ਹ ਲਿਖ ਸਕੋ। ਇੱਥੇ ਵਰਡ ਜੁੜਿਆ ਜਾਂਦਾ ਇਨਕੁਆਲਿਟੀ ਦਾ। ਇੱਥੇ ਜਿਹੜਾ ਵਰਡ ਜੁੜਿਆ ਜਾਂਦਾ ਇਨਕੁਆਲਿਟੀ ਦਾ ਮਤਲਬ ਕਿ ਇੱਥੇ ਕੁਆਲਿਟੀ ਵਰਡ ਹੈ ਹੀ ਨਹੀਂ। ਲੜਕੇ ਨੂੰ ਕੀ ਦੱਸਿਆ ਜਾਂਦਾ ਤੁਸੀਂ ਘਰੇ ਬੈਠੋ ਔਰ ਲੜਕੇ ਨੂੰ ਕੀ ਦੱਸਿਆ ਜਾਂਦਾ ਤੁਸੀਂ ਬਾਹਰ ਜਾ ਕੇ ਖੇਡੋ। ਠੀਕ ਹੈ ਬੱਚਾ। ਕੋਈ ਡਾਊਟ ਹੈ ਇੱਥੇ ਤੱਕ ਕਿਸੇ ਨੂੰ ਵੀ? ਕੋਈ ਵੀ ਡਾਊਟ ਹੈ ਕਿਸੇ ਨੂੰ? ਨੈਕਸਟ ਆਓ ਅਗਲਾ ਪੁਆਇੰਟ ਹੈ ਜੈਂਡਰ ਰੋਲਸ। ਹੁਣ ਜੈਂਡਰ ਰੋਲਸ ਦੀ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜੈਂਡਰ ਰੋਲ ਦੇ ਵਿੱਚ ਕੀ ਦੱਸਿਆ ਜਾਂਦਾ ਹੈ ਮੈਨ ਦੇ ਕਿਹੜੇ ਕਿਹੜੇ ਕੰਮ ਹੋਣਗੇ ਔਰ ਵੂਮੈਨ ਦੇ ਕਿਹੜੇ ਕਿਹੜੇ ਕੰਮ ਹੋਣਗੇ। ਮਤਲਬ ਕਿ ਜੈਂਡਰ ਰੋਲ ਦੇ ਵਿੱਚ ਹਰੇਕ ਬੰਦੇ ਨੂੰ ਬੰਦਾ ਲਾਈਕ ਕਹਿਣ ਦਾ ਮਤਲਬ ਮੈਨ ਨੂੰ ਕਿਹੜੇ ਕਿਹੜੇ ਫਿਕਸਡ ਕੰਮ ਦਿੱਤੇ ਗਏ ਨੇ ਔਰ ਵੂਮੈਨ ਨੂੰ ਕਿਹੜੇ ਕਿਹੜੇ ਮਤਲਬ ਕਿ ਕੰਮ ਦਿੱਤੇ ਗਏ ਨੇ। ਲਾਈਕ ਤੁਹਾਨੂੰ ਉੱਪਰ ਵੀ ਐਗਜ਼ਾਮਪਲ ਦਿੱਤੇ ਆਏ ਸੀ ਕਿ ਲੜਕੇ ਨੂੰ ਦੱਸਿਆ ਜਾਂਦਾ ਤੁਸੀਂ ਘਰੇ ਰਹਿਣਾ ਸਿੱਖੋ ਔਰ ਲੜਕੇ ਨੂੰ ਦੱਸਿਆ ਜਾਂਦਾ ਤੁਸੀਂ ਬਾਹਰ ਕੋਈ ਬਿਜ਼ਨਸ ਦੇ ਵਿੱਚ ਕੰਮ ਕਰੋ ਜਾਂ ਫਿਰ ਬਾਹਰ ਪੜ੍ਹਨ ਜਾਓ ਜਾਂ ਜਿਵੇਂ ਮਤਲਬ ਕਿ ਜਿਹੜੇ ਡਿਫਰੈਂਸੀਏਸ਼ਨ ਕੀਤੇ ਜਾਂਦੇ ਨੇ ਜਿਸ 'ਚ ਮੈਨ ਨੂੰ ਵੂਮੈਨ ਨੂੰ ਫਿਕਸਡ ਰੋਲ ਦੀ ਦਿੱਤਾ ਜਾਂਦਾ ਉਸ ਨੂੰ ਅਸੀਂ ਕੀ ਬੋਲਦੇ ਆ ਜੈਂਡਰ ਰੋਲ ਬੋਲਦੇ ਆ। ਹੁਣ ਜਿਵੇਂ ਕਿ ਮੈਂ ਨੀਚੇ ਮੈਂਸ਼ਨ ਵੀ ਕੀਤਾ ਹੈ ਜਿਹੜੇ ਇੱਕ ਮੇਲ ਜੈਂਡਰ ਹੁੰਦਾ ਜਿਹਨੂੰ ਅਸੀਂ ਮਿਸਕਲੈਰਿਟੀ ਬੋਲਦੇ ਆ ਔਰ ਇੱਕ ਸਾਡੇ ਛੱਕੇ ਫੈਮਿਨਾਈਨ ਹੁੰਦਾ। ਫੈਮਿਨਾਈਨ ਮਤਲਬ ਜੋ ਸਾਡੀ ਮੇਲਸ ਹੁੰਦੇ ਫੀਮੇਲਸ ਹੁੰਦੀਆਂ ਨੇ ਮੇਲ ਨੂੰ ਵੱਧ ਐਪਰੀਸ਼ੀਏਟ ਕੀਤਾ ਜਾਂਦਾ ਕਿਹਦੇ ਨਾਲੋਂ ਫੀਮੇਲ ਦੇ ਨਾਲੋਂ। ਇਹੀ ਕਾਰਨ ਹੈ ਇੱਕ ਜੈਂਡਰ ਰੋਲ ਮਤਲਬ ਇੱਕ ਬਾਇਸਨੈਸ ਆ ਜਾਂਦੀ ਹੈ। ਕਹਿਣ ਦਾ ਮਤਲਬ ਜਿੱਥੋਂ ਸਾਨੂੰ ਪਤਾ ਲੱਗਦਾ ਕਿ ਕਿਹੜੇ ਕੰਮ ਮੈਨ ਨੇ ਕਰਨੇ ਨੇ ਕਿਹੜੇ ਕੰਮ ਵੂਮੈਨ ਨੇ ਕਰਨੇ ਨੇ। ਲਾਈਕ ਅਗਰ ਗੱਲ ਕਰਾਂ ਤਾਂ ਨੀਚੇ ਇੱਕ ਵਰਡ ਦਿੱਤਾ ਹੋਇਆ ਹੈ ਆ ਪਰਸਨਸ ਬੋਡੀ ਲੈਂਗੁਏਜ। ਇੱਕ ਬੰਦੇ ਦੀ ਆਵਾਜ਼ ਲਾਈਕ ਬੰਦਾ ਮਤਲਬ ਮੇਲ ਵੀ ਹੋ ਸਕਦੀ ਹੈ ਉਹ ਫੀਮੇਲ ਵੀ ਹੋ ਸਕਦੀ ਹੈ। ਬੋਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਮੇਲ ਹੈ ਜਾਂ ਉਹ ਸਾਡੇ ਵਾਸਤੇ ਫੀਮੇਲ ਹੈ। ਉਹ ਕਿਵੇਂ ਪਤਾ ਲੱਗੂਗਾ ਇੱਕ ਬੰਦੇ ਦੀ ਵੋਕ ਤੋਂ। ਲੜਕੀ ਦੀ ਚਾਲ ਅਲੱਗ ਹੁੰਦੀ ਹੈ ਲੜਕੇ ਦੀ ਚਾਲ ਅਲੱਗ ਹੁੰਦੀ ਹੈ। ਟਾਕ ਤੋਂ ਲੜਕੇ ਨੂੰ ਸੌਫਟ ਨੇਚਰ ਦਾ ਬਣਾਇਆ ਜਾਂਦਾ ਹੈ ਲੜਕੇ ਨੂੰ ਹਾਰਡ ਨੇਚਰ ਦਾ ਬਣਾਇਆ ਜਾਂਦਾ ਹੈ ਤਾਂ ਕਿ ਲੜਕਾ ਜ਼ਿਆਦਾ ਰੋਵੇ ਨਾ। ਠੀਕ ਹੈ ਔਰ ਆਪਣੇ ਨੂੰ ਸਟਰੋਂਗ ਬਣਾ ਕੇ ਰੱਖੇ। ਲੜਕੀਆਂ ਨੂੰ ਹਮੇਸ਼ਾ ਇਮੋਸ਼ਨਲ ਪਾਈ ਜਾਂਦੀਆਂ ਨੇ ਜਲਦੀ ਰੋ ਪੈਂਦੀਆਂ ਨੇ ਇਸ ਕਰਕੇ ਉਹਨੂੰ ਸੌਫਟ ਨੇਚਰ ਦਾ ਬਣਾਇਆ ਜਾਂਦਾ ਹੈ। ਵਰਕ ਦੀ ਗੱਲ ਕੀਤੀ ਜਾਵੇ ਤਾਂ ਲੜਕੀਆਂ ਨੂੰ ਕੰਮ ਘੱਟ ਦਿੱਤੇ ਜਾਂਦੇ ਨੇ ਔਰ ਲੜਕਿਆਂ ਨੂੰ ਕੰਮ ਵੱਧ ਦਿੱਤੇ ਜਾਂਦੇ ਨੇ। ਈਵਨ ਕਿ ਅਗਰ ਮੈਂ ਸੈਲਰੀ ਦੀ ਵੀ ਗੱਲ ਕਰਾਂ ਤਾਂ ਸਾਰੇ ਸਾਡੇ ਵਾਸਤੇ ਕੀ ਹੈ ਲੜਕੀਆਂ ਨੂੰ ਸੈਲਰੀ ਘੱਟ ਮਿਲਦੀ ਹੈ ਭਾਵੇਂ ਕੰਮ ਵੱਧ ਲਿੱਤਾ ਜਾਂਦਾ ਹੈ ਔਰ ਲੜਕੇ ਕੰਮ ਘੱਟ ਕਰਦੇ ਹੋਣ ਭਾਵੇਂ ਸੈਲਰੀ ਕੀ ਹੁੰਦੀ ਉਹਨਾਂ ਦੀ ਸਭ ਤੋਂ ਵੱਧ ਹੁੰਦੀ ਹੈ। ਇਹ ਜਿਹੜੀ ਚੀਜ਼ਾਂ ਕੀਤੀ ਜਾਂਦੀਆਂ ਨੇ ਇਹੀ ਇੱਕ ਰੋਲ ਹੈ ਇਹੀ ਇੱਕ ਜੈਂਡਰ ਰੋਲ ਹੈ ਜਿਹਦੇ ਵਿਚਕਾਰ ਇੱਕ ਕੰਮ ਦੇ ਦਿੱਤਾ ਜਾਂਦਾ ਕਿੰਨਾਂ ਨੂੰ ਇੱਕ ਮੈਨ ਨੂੰ ਵੀ ਉਹਦੇ ਕਿਹੜੇ ਕਿਹੜੇ ਫਿਕਸਡ ਕੰਮ ਹੋਣਗੇ ਇੱਕ ਫੀਮੇਲ ਨੂੰ ਉਹਦੇ ਕਿਹੜੇ ਕਿਹੜੇ ਫਿਕਸਡ ਕੰਮ ਹੋਣਗੇ। ਠੀਕ ਹੈ ਜੀ। ਹੁਣ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕੁਝ ਹੱਦ ਤੱਕ ਅਸੀਂ ਟਾਈਮ ਦੇ ਅਕੋਰਡਿੰਗ ਇਸ ਨੂੰ ਚੀਜ਼ ਨੂੰ ਚੇਂਜ ਕਰ ਪਾਇਆ ਲੇਕਿਨ ਅਗਰ ਮੈਂ ਗੱਲ ਕਰਾਂ ਅੱਜ ਵੀ ਜਿਹੜੇ ਰੋਲ ਨੇ ਉਹ ਸਾਰੇ ਟੋਟਲੀ ਮਰਜ ਨਹੀਂ ਹੋ ਪਾਏ। ਕਾਰਨ ਇਹੀ ਹੈ ਕਿ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਪ੍ਰੋਵਾਈਡ ਨਹੀਂ ਕੀਤੀ ਜਾਂਦੀ। ਇਹੀ ਗੱਲ ਦੱਸੀ ਗਈ ਹੈ ਕਿ ਲੜਕੀਆਂ ਨੂੰ ਪ੍ਰੋਪਰ ਓਪਰਚੁਨਿਟੀ ਨਹੀਂ ਦਿੱਤੀ ਜਾਂਦੀ ਇਕੁਅਲ ਓਪਰਚੁਨਿਟੀ ਦਿੱਤੀ ਜਾਂਦੀ। ਕੁਝ ਹੱਦ ਤੱਕ ਜਿਹੜੀ ਮੈਂ ਗੱਲ ਕਰਾਂ ਮੈਟਰੋ ਸਿਟੀਜ਼ ਦੀ ਗੱਲ ਕਰਾਂ ਉੱਥੇ ਤੱਕ ਕੁਝ ਹੱਦ ਤੱਕ ਇਹ ਚੀਜ਼ਾਂ ਚੇਂਜ ਹੋਈਆਂ ਨੇ। ਅਗਰ ਮੈਂ ਗੱਲ ਕਰਾਂ ਮੈਟਰੋ ਸਿਟੀਜ਼ ਛੱਡ ਕੇ ਬਾਕੀ ਸਾਰੀ ਸਿਟੀਜ਼ ਦੀ ਗੱਲ ਕਰਾਂ ਲਾਈਕ ਡੋਮੈਸਟਿਕ ਹੋ ਗਈਆਂ ਲਾਈਕ ਆਪਣੀ ਰੂਰਲ ਕੈਟੇਗਰੀ ਹੋ ਗਈਆਂ ਉੱਥੇ ਅੱਜ ਵੀ ਜਿਹੜੇ ਰੋਲ ਨੇ ਹਜੇ ਤੱਕ ਮਰਜ ਨਹੀਂ ਹੋ ਪਾਏ ਹੈ। ਆਦਮੀ ਵਾਲਾ ਕੰਮ ਆਦਮੀ ਕਰਦਾ ਹੋਇਆ
लड़कियां वाला काम लड़की ही करती पई है। लेकिन अगर मैं गल करा कुछ हद तक किवें चेंज होया है और मैं तुहानूं नीचे पिक्चर आई शो कर रहा। लाइक इत्थे लड़की कपड़े प्रेस कर रही है और लैपटॉप ते काम भी कर रही है। लाइक इत्थे लड़की नूं एक घर दा काम भी दिता गया है, इत्थे लड़की अपने बिजनेस का काम भी करती भी है। कुछ हद तक तो चीज़ां ये मर्ज हो चुकी ने, ठीक है, पर कुछ हद तक इन्हूं असीं चेंज भी नहीं कर पाया। दैट्स कॉल्ड अ जेंडर रोल। किहड़े-किहड़े काम लड़कियां ने करने ने, किहड़े-किहड़े काम लड़कियां ने नहीं करने, ठीक है, किहड़े-किहड़े काम पुरुषां ने करने ने, किहड़े काम पुरुषां ने नहीं करने, ठीक है। यही गल दसी कि किहदे विच जेंडर रोल दे विच ਉਹੀ जेंडर रोल अगर एक्शन ਦੇ ਵਿੱਚ ਆ ਜਾਂਦੇ ਨੇ ਤੇ ਸਾਡੇ ਵਾਸਤੇ ਕੀ ਬਣ ਜਾਂਦੇ ਸਟੀਰੀਓਟਾਈਪਸ ਬਣ ਜਾਂਦੇ ਨੇ। ਜੋ ਮੇਰੀ ਅਗਲੀ ਡੈਫੀਨੇਸ਼ਨ ਆਂਦੀ ਹੈ, मतलब कहने का मतलब अगर ਅਸੀਂ पूरा प्रॉपर गौर करिए तो मतलब यही बनूगा कि ਜਿਹੜੀ ਲੜਕੀਆਂ ਕੰਮ ਕਰਦੀ ਵੀਆਂ ਨੇ ਉਹਨਾਂ ਨੂੰ ਅਸੀਂ ਸਹੀ ਵੀ ਕਹਿ ਸਕਦੇ ਹਾਂ सोसाइटी ਦੀ करनी तो ਜਿਹੜੀ ਲੜਕੀਆਂ ਕੰਮ नहीं करती भी सोसाइटी ਉਹਨੂੰ भी सही बोलती है। लेकिन अगर लड़की ने पहनावे ते जा सके तो अगर लड़की वही लड़की साड़ी दे विच होवे कहना मतलब तो उत्थे सोसाइटी उन्हें एक्सेप्ट करूगी। लेकिन अगर मैं गल करा वैसटर्न कंट्री के कल्चर के अकॉर्डिंग उत्थे लड़की कहना मतलब लाइक किसी होर कपड़े की भी राह उत्थे लड़की सोसाइटी उत्थे निगलैक्ट करूगी। ये डिपेंड करता है, यही भेदभाव ने सानू कित्थे तक लेके जाते हैं, साडे जेंडर बायसनेस दे विच लेके जाते हैं, आपसी भेदभाव विच लेके जाते हैं। लड़के और लड़कियां च की किया जाता है, भेदभाव किया जाता है। हुण अगला पॉइंट आंदा जेंडर स्टीरियोटाइप्स। हुण स्टैंडर्ड स्टीरियोटाइप्स दे विच मैं तुहानूं ऑलरेडी दस चुकिया। ਇਹਦੇ ਵਿੱਚ ਕੀ ਦੱਸਿਆ ਸੀ ਕਿ ਲਾਈਕ कैमरामैन की गल की गई है भी कैमरामैन ही क्यों यूज़ किया जाता वर्ड, कैमरा पर्सन क्यों नहीं किया जाता। अगर कैमरामैन यूज़ करते तो सामने वाला बंदा ही सोचता कि ये बंदा की है मेल जेंडर का, इट मीन कि इतने मेल ही काम करते हुए ने। अगर इनू एजुकेशनल प्रैक्टिस करिए तो असं दूर कर दिए तो एक वर्ड असी नवा पॉइंट कर सकते हैं, दैट्स कॉल्ड अ कैमरा पर्सन। मतलब कि पर्सन में लड़कियां भी हो सकती ने और लड़कियां भी हो सकती हैं। ये ताही दूर होगा, ये ताही चीज़ां रिमूव की जाएगियां जो प्रॉपर एजुकेशनल प्रैक्टिस की जाती हैं। हुण ध्यान रखियो एजुकेशनल स्टीरियोटाइप्स हुंदा की है, मतलब कि स्टीरियोटाइप्स का मतलब हुंदा है जो ट्रेडिशंस जो रीति रिवाज शुरू तो चलते आ रहे हैं उन्होंने असीं कभी भी चेंज नहीं कर सकते। लाइक कुछ हद तक तो चेंज हो सकते हैं, लेकिन अगर चेंज करना चाहते हो तो वो वास्ते सानूं दो लेवल होकर गुजरना पऊगा, या तो कॉन्शियस लेवल है या साडे वास्ते की है अनकॉन्शियस लेवल है। लेकिन पहला इनू जान तो पहले एक डेफिनेशन दसना चाहूँगा। जिथे वर्ड स्टीरियोटाइप्स आंदा उत्थे ध्यान रखियो ये पुराने रीति रिवाजों पर डिपेंड करते जिन्हें असीं की बोलते हैं प्री कंसीव्ड नोशंस बोलते हैं। लाइक एक एग्जाम्पल दे देना तुहानूं साडे सामने। लाइक जो शादी होंदी लड़की की मैरिज होंदी है तो लड़की अपने सोहरे घरे जाती है। यही शुरू तो नोशन चलते आ रहे हैं कि जो लड़की की शादी हो जूगी मैरिज हो जूगी और लड़की अपने सोहरे घरे चले जाऊगी लड़के के नाल। ये साडे प्री कंसीव नोशंस ने। अगर इन्हूं असीं एजुकेशनल प्रैक्टिस के जरिए दूर करिए तो की पता लड़का भी तो अपने सोहरे घरे आ सकता, घर जमाई बन सकता है, ठीक है ना। ये पर असीं गल कर रहे हैं जेंडर स्टीरियोटाइप्स की, तो ध्यान रखियो असीं इत्थे नोशंस नूं क्लिक करांगे, नोशन के उत्ते जावांगे, इहदे विच असीं देखांगे कि बराबर दे अधिकार मिलणगे कि नहीं मिलणगे। ओबवियसली स्टीरियोटाइप्स दे विच जो नोशंस के अकॉर्डिंग जानिए तो बराबर दे अधिकार नहीं मिलते। सती प्रथा की गल कर रहा सी तुहाडे नाल कि सती प्रथा हुंदी की है, लाइक जिस कारण जिस लड़की के हसबैंड की डेथ होंदी सी लड़की भी वो चिता उत्ते पा दी जाती सी, मतलब कि कट्ठे नूं जला दिता जाता सी। एक चीज़ा वैसे कुछ हद तक रिमूव हो चुकी है गौरमेंट के जरिए, ठीक है। बट अगर मैं गल करा जेंडर स्टीरियोटाइप्स की तो इतने गल करांगे सारे कल्चर ने शुरू तो जो चलते आ रहे हैं वो गल की गई है। आलमोस्ट ये कहने का मतलब ये गल की जाए तो जो वूमेन का रोल है वो सब तो ज़्यादा मूहरे रखा जाता है। मतलब कि ये दस्या जाता है कि जी वूमेन ने वो ज़्यादा वीक ने और जी वूमेन है वो वरबल ने। वरबल मेरा मतलब होंगे उन्होंने प्रोटैक्शन की लोड़ है, वो लड़कियां कल्ले रात को घरे बाहर नहीं निकल सकदियां, सर्वाइव नहीं कर सकदियां। इस करके जी लड़कियां होंदियां ने उन्होंने प्रोटैक्शन करने वास्ते आदमी की लोड़ पैंदी है, जिस करके उन्होंने की बोलते हैं जी इस तरह की बंदी लाइक वूमेन होंदियां ने उन्होंने असीं किहड़ी वूमेन बोलते हैं, मैनली वूमेन बोलते हैं। मैनली वूमेन मतलब अगर लड़कियां नूं देखा जाए सोसाइटी दे विच लड़कियां नूं हमेशा वीक मन्निया जाता है, उन्होंने कोई भी नुकसान पहुँचाया जा सकता है। इस करके उन्होंने प्रोटैक्शन देनी जरूरी है। और प्रोटैक्शन अगर मिलूगी तो ओबवियसली की तो मिलूगी, मैन तो मिलूगी। इस करके वूमेन असीं की बोलते हैं मैनली वूमेन बोलते, मतलब कि यह जी लड़कियां होंदियां अपना काम सोसाइटी च खुद आप नहीं कर सकदियां। रात को काम कर मतलब कि जो रात को जो काम होंदा है जॉब पर जाना, रात को जो काम करना है वो कलियां नहीं कर सकदियां, मेल के नाल जाके करना पैंदा है। इस करके की बोलते हैं मैनली वूमेन बोलते हैं। इस चीज़ की स्टीरियोटाइप्स में की बोलते हैं जेंडर स्टीरियोटाइप्स बोलते हैं। मतलब कि रात को लड़कियां का निकलना मुश्किल होंदा है, लड़कियां को काम ज़्यादा दिता जाता मॉर्निंग टाइम के और लड़कियां को काम दिता है मेनली रात के।
ताकि ये जेंडर ਜਿਹੜੇ ਸਟੀਰੀਓਟਾਈਪਸ ਨੇ ਉਹਨੂੰ ਦੂਰ ਕੀਤਾ ਜਾ ਸਕੇ। ਹਲਕਾ ਹਲਕਾ ਅਗਰ ਦੇਖਿਆ ਮੈਟਰੋ ਸਿਟੀ ਦੇ ਵਿੱਚ ਕੁਝ ਹੱਦ ਤੱਕ ਇਹ ਚੀਜ਼ਾਂ ਦੂਰ ਹੋ ਚੁੱਕੀਆਂ ਨੇ, ਉੱਤੇ ਪੁਲਿਸ ਪ੍ਰੋਟੈਕਸ਼ਨ ਲਗਾ ਦਿੱਤੀ ਗਈ ਹੈ, ਠੀਕ ਹੈ। ਲੜਕੀਆਂ ਸੇਫਲੀ ਆਪਣੇ ਘਰੇ ਆ ਸਕਦੀਆਂ ਨੇ ਜਾਂ ਸੇਫਲੀ ਕੰਪਨੀ ਦੇ ਵਿੱਚ ਜਾ ਸਕਦੀਆਂ, ਰਾਤ ਨੂੰ ਕੰਮ ਕਰ ਸਕਦੀਆਂ ਨੇ, ਲਾਈਕ ਮੇਨਲੀ ਕਾਲ ਸੈਂਟਰ ਦੀ ਗੱਲ ਕੀਤੀ ਜਾ ਸਕੇ ਤਾਂ, ਠੀਕ ਹੈ। ਲੇਕਿਨ ਕੁਝ ਹੱਦ ਤੱਕ, ਲੇਕਿਨ ਅਗਰ ਮੈਂ ਸਟੀਰੀਓਟਾਈਪਸ ਦੀ ਗੱਲ ਕਰਾਂ, ਉੱਥੇ ਲੜਕੀਆਂ ਨੂੰ ਹਮੇਸ਼ਾ ਵੀਕ ਹੀ ਮੰਨਿਆ ਜਾਂਦਾ ਹੈ, ਲੜਕੀਆਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ, ਜਿਸ ਕਰਕੇ ਲੜਕੀਆਂ ਇਕੱਲੀ ਸਰਵਾਈਵ ਨਹੀਂ ਕਰ ਸਕਦੀਆਂ। ਇਸ ਤਰ੍ਹਾਂ ਦੀ ਲੜਕੀਆਂ ਨੂੰ ਅਸੀਂ ਕਿਹੜੀ ਲੜਕੀਆਂ ਬੋਲਦੇ ਹਾਂ? ਮੈਨਲੀ ਵੂਮੈਨ ਬੋਲਦੇ ਆ। ਮਤਲਬ ਕਿ ਇਹਨਾਂ ਨੂੰ ਲੜਕੀਆਂ ਕੀ ਸਮਝੀ ਜਾਂਦੇ ਵੀ ਇਹ ਹਮੇਸ਼ਾ ਆਦਮੀ ਪਿੱਛੇ ਹੀ ਕੰਮ ਕਰ ਸਕਦੇ, ਅਦਰਵਾਈਜ਼ ਨਹੀਂ ਕਰ ਸਕਦੀਆਂ। ਕੁਝ ਕਨਸੈਪਟ ਦੀ ਗੱਲ ਕੀਤੀ ਹੈ, ਇਹੀ ਕਨਸੈਪਟ ਆਪਾਂ ਆਲਰੇਡੀ ਕਰ ਚੁੱਕੇ ਹਾਂ। ਜੈਂਡਰ ਰੋਲ ਕੀ ਹੁੰਦਾ? ਇੱਕ ਫਿਕਸਡ ਰੋਲ ਦਿੱਤਾ ਜਾਂਦਾ ਮੈਨ ਔਰ ਵੂਮੈਨ ਨੂੰ, ਕਿਹੜੇ ਕੰਮ ਉਹਨਾਂ ਨੇ ਕਰਨੇ, ਕਿਹੜੇ ਕੰਮ ਨਹੀਂ ਕਰਨੇ। ਜੈਂਡਰ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ, ਲੜਕੀਆਂ ਨੂੰ ਸਕੂਲ ਦੇ ਵਿੱਚ ਅਲੱਗ ਬਿਠਾ ਦਿੱਤਾ ਜਾਂਦਾ ਹੈ, ਲੜਕਿਆਂ ਨੂੰ ਅਲੱਗ ਬਿਠਾ ਦਿੱਤਾ ਜਾਂਦਾ ਹੈ। ਡਾਂਸ ਕੰਪੀਟੀਸ਼ਨ ਦੇ ਵਿੱਚ ਲੜਕੀਆਂ ਨੂੰ ਹੀ ਕੰਮ ਦਿੱਤਾ ਜਾਂਦਾ, ਲੜਕਿਆਂ ਨੂੰ ਕੰਮ ਨਹੀਂ ਦਿੱਤਾ ਜਾਂਦਾ। ਕੁਝ ਹੱਦ ਤੱਕ ਅਗਰ ਗੱਲ ਕਰਾਂ ਮੈਂ ਸਪੋਰਟਸ ਦੀ, ਤਾਂ ਸਪੋਰਟਸ ਕੁਝ ਇਹੋ ਜਿਹੇ ਸਪੋਰਟਸ ਹੁੰਦੇ ਜਿੱਥੇ ਮੇਨਲੀ ਮੇਲ ਹੀ ਹੁੰਦੇ ਨੇ, ਫੀਮੇਲ ਨਹੀਂ ਹੁੰਦੀਆਂ, ਲੇਕਿਨ ਕੁਝ ਹੱਦ ਤੱਕ ਦੀ ਗੱਲ ਕੀਤੀ ਜਾ ਸਕੇ, ਠੀਕ ਹੈ। ਅਗਰ ਟੀਚਰ ਕਰਨੀ ਤਾਂ ਤੁਸੀਂ ਵੀ ਦੇਖਦੇ ਹੋ, ਟੀਚਰ ਦੇ ਕਰਨੀ ਤੋਂ ਦੇਖਿਆ ਜਾਵੇ ਤਾਂ ਟੀਚਰ ਲੜਕੀਆਂ ਨੂੰ ਕੁਐਸਚਨ ਘੱਟ ਪੁੱਛਦੇ ਨੇ, ਲੜਕੀਆਂ ਨੂੰ ਵੱਧ ਕੁਐਸਚਨ ਪੁੱਛਦੇ ਨੇ। ਲੜਕੀਆਂ ਨੂੰ ਹਮੇਸ਼ਾ ਆਰਟਸ ਦੇ ਵਿੱਚ ਵਧੀਆ ਮੰਨਿਆ ਜਾਂਦਾ, ਸਾਇੰਸ ਜਾਂ ਫਿਰ ਕਹਿੰਦਾ ਮਤਲਬ ਕਮਰਸ ਬੈਚ ਦੇ ਵਿੱਚ ਘੱਟ ਵਧੀਆ ਮੰਨਿਆ ਜਾਂਦਾ ਹੈ। ਲੜਕਿਆਂ ਨੂੰ ਮੈਥ ਦੇ ਵਿੱਚ ਜ਼ਿਆਦਾ ਵਧੀਆ ਮੰਨਿਆ ਜਾਂਦਾ, ਲੜਕੀਆਂ ਨੂੰ ਮੈਥ ਦੇ ਵਿੱਚ ਘੱਟ ਮੰਨਿਆ ਜਾਂਦਾ ਹੈ। ਇਹੀ ਕੁਝ ਡਿਸਕ੍ਰਿਮੀਨੇਸ਼ਨ ਪਾਵਰ ਨੇ, ਕਹਿੰਦਾ ਮਤਲਬ ਜੋ ਸਾਨੂੰ ਕਿੱਥੇ ਤੱਕ ਲੈ ਕੇ ਜਾਂਦੇ ਨੇ? ਸੋਸ਼ਲ ਕੰਸਟਰਕਟ ਤੱਕ ਲੈ ਕੇ ਜਾਂਦੇ। ਸੋਸ਼ਲ ਕੰਸਟਰਕਟ ਮਤਲਬ ਇਹ ਸਮਾਜ ਹੀ ਹੈ ਜੋ ਲੜਕੀਆਂ ਔਰ ਲੜਕਿਆਂ ਵਿਚਕਾਰ ਕੀ ਕਰਦਾ ਹੈ? ਭੇਦਭਾਵ ਕਰਦਾ ਹੈ, ਠੀਕ ਹੈ ਜੀ। ਇਹ ਕਿੱਥੋਂ ਸ਼ੁਰੂ ਹੋ ਜਾਊਗਾ? ਧਿਆਨ ਰੱਖੋ ਕੀ ਹੈ ਇਹ ਕਿੱਥੋਂ ਸ਼ੁਰੂ ਹੁੰਦਾ ਹੈ? ਸਟੀਰੀਓਟਾਈਪਿੰਗ ਕਿੱਥੋਂ ਸ਼ੁਰੂ ਹੁੰਦੀਆਂ ਨੇ? ਫੈਮਿਲੀ ਤੋਂ ਸ਼ੁਰੂ ਹੋ ਜਾਂਦੀਆਂ ਨੇ। ਲਾਈਕ ਤੁਹਾਨੂੰ ਪਹਿਲੇ ਹੀ ਦੱਸਿਆ ਸੀਗਾ, ਜਦੋਂ ਇੱਕ ਬੱਚਾ ਜੰਮਦਾ ਹੈ ਤਾਂ ਲੜਕੀਆਂ ਦੇ ਕੱਪੜੇ ਅਲੱਗ ਪਾ ਦਿੱਤੇ ਜਾਂਦੇ ਨੇ, ਲੜਕੇ ਦੇ ਕੱਪੜੇ ਅਲੱਗ ਹੁੰਦੇ ਨੇ। ਲੜਕੀਆਂ ਨੂੰ ਸੌਫਟ ਟੁਆਇਜ਼ ਦਿੱਤੇ ਜਾਂਦੇ ਨੇ, ਲੜਕਿਆਂ ਨੂੰ ਟੁਆਇਜ਼ ਹੋਰ ਦਿੱਤੇ ਜਾਂਦੇ ਨੇ। ਲੜਕਿਆਂ ਨੂੰ ਬਾਹਰ ਭੇਜਿਆ ਜਾਂਦਾ ਖੇਲਣ ਵਾਸਤੇ, ਲੜਕੀਆਂ ਘਰ ਵਿੱਚ ਬੈਠ ਕੇ ਆਪਣਾ ਕੰਮ ਕਰਦੀਆਂ ਨੇ। ਲਾਈਕ ਉਸ ਤੋਂ ਮੈਰਿਜ ਦੀ ਗੱਲ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਸਹੁਰੇ ਘਰੇ ਜੋ ਲੜਕੇ ਹੀ ਜਾਂਦੇ, ਲੜਕੇ ਕਿਉਂ ਨਹੀਂ ਜਾਂਦੇ? ਇਹ ਸਾਰੇ ਇੱਕ ਤਰ੍ਹਾਂ ਦੇ ਸਟੀਰੀਓਟਾਈਪਸ ਨੇ। ਸਟੀਰੀਓਟਾਈਪਸ ਮਤਲਬ ਇੱਕ ਤਰ੍ਹਾਂ ਦੇ ਪ੍ਰੀ ਕਲਚਰ ਨੇ, ਨੋਸ਼ਨਸ ਨੇ, ਜੋ ਸ਼ੁਰੂ ਤੋਂ ਹੀ ਰੀਤੀ ਰਿਵਾਜ ਬਣਦੇ ਆ ਰਹੇ ਨੇ। ਇਹਨਾਂ ਨੂੰ ਰੀਤੀ ਰਿਵਾਜ ਨੂੰ ਅਸੀਂ ਬਣਾਉਂਦੇ ਹਾਂ, ਚਲਾਉਂਦੇ ਹਾਂ ਔਰ ਅੱਗੇ ਨੂੰ ਕੰਸੀਵ ਵੀ ਕਰਦੇ ਹਾਂ। ਮਤਲਬ ਕਹਿੰਦਾ ਮਤਲਬ ਕੰਸੀਵ ਮਤਲਬ ਇਹਨਾਂ ਨੂੰ ਅਸੀਂ ਅਸੈਪਟ ਵੀ ਕਰਦੇ ਹਾਂ। ਲਾਈਕ ਅਗਰ ਗੱਲ ਕਰੀਏ ਕਰਿਕੂਲਮ ਐਜੂਕੇਸ਼ਨ ਦੀ, ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਿਆ, ਟੀਚਰ ਵੀ ਇਹ ਕੰਮ ਕਰਦੇ ਨੇ। ਲਾਈਕ ਕਿਵੇਂ ਕਰਦੇ ਨੇ? ਲੜਕੀਆਂ ਨੂੰ ਅਲੱਗ ਬਿਠਾ ਦਿੱਤਾ ਜਾਂਦਾ ਹੈ। ਮੀਡੀਆ ਦੀ ਗੱਲ ਕਰੀਏ ਤਾਂ ਤੁਹਾਨੂੰ ਆਮ ਐਡ ਦੇਖੀ ਹੋਣਗੀਆਂ, ਵਾਸ਼ਿੰਗ ਡਿਟਰਜੈਂਟ ਪਾਊਡਰ, ਉਹਦੇ ਵਿੱਚ ਮੋਸਟਲੀ ਲੜਕੀਆਂ ਹੀ ਹੁੰਦੀਆਂ ਨੇ। ਹਾਰਪਿਕ ਵਾਲੀ ਜਿਸ ਟਾਇਲਟ ਸਾਫ਼ ਕਰਦਾ, ਉੱਥੇ ਤੁਹਾਨੂੰ ਦੇਖਿਆ ਹੋਊਗਾ ਸੈਲੀਬ੍ਰਿਟੀ ਅਕਸ਼ੇ ਕੁਮਾਰ ਹੈ, ਉੱਥੇ ਲੜਕਾ ਹੀ ਹੁੰਦਾ, ਲੜਕੀਆਂ ਨਹੀਂ ਹੁੰਦੀਆਂ। ਕੁਰਕਰੇ ਦੀ ਐਡ ਦੇ ਵਿੱਚ ਜੂਹੀ ਚਾਵਲਾ ਹੈ, ਉੱਥੇ ਮੀਡੀਆ ਨੂੰ ਅਗਰ ਗੱਲ ਕਰੀਏ ਤਾਂ ਮੀਡੀਆ ਰਾਹੀਂ ਵੀ ਇਹ ਚੀਜ਼ਾਂ ਪਰਫਾਰਮ ਕੀਤੀਆਂ ਜਾਂਦੀਆਂ ਨੇ। ਮੇਲ ਨੂੰ ਅਲੱਗ ਐਡ ਦਿੱਤੀ ਜਾਂਦੀ ਹੈ, ਫੀਮੇਲ ਨੂੰ ਅਲੱਗ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਹੈ। ਲਾਈਕ ਤੁਸੀਂ ਆਮ ਦੇਖਿਆ ਹੋਵੇਗਾ ਵਾਸ਼ਿੰਗ ਡਿਟਰਜੈਂਟ ਦੇ ਵਿੱਚ, ਲਾਈਕ ਏਰੀਅਲ ਦੀ ਗੱਲ ਕਰ ਰਹੀਏ, ਠੀਕ ਹੈ, ਕਿਸੇ ਵੀ ਐਡਵਰਟਾਈਜ਼ ਦੀ ਗੱਲ ਕਰਦੇ ਆ ਤਾਂ ਮੇਲ ਨਹੀਂ, ਉੱਥੇ ਫੀਮੇਲ ਹੀ ਰੱਖੀ ਜਾਂਦੀਆਂ ਨੇ। ਅਗਰ ਗੱਲ ਕੀਤੀ ਜਾਵੇ ਕੁਝ ਹੋਰ ਹੱਦ ਤੱਕ ਟਾਇਲਟ ਸਾਫ਼ ਕਰਨ ਦੇ ਵਿੱਚ ਫੀਮੇਲ ਕਿਉਂ ਨਹੀਂ ਆ ਸਕਦੀਆਂ, ਮੇਲ ਹੀ ਕਿਉਂ ਨੇ, ਉਹ ਚੀਜ਼ਾਂ ਸਾਰੀ ਮੀਡੀਆ ਵੀ ਦਰਸਾਉਂਦੀ ਹੈ। ਇਹ ਸ਼ੁਰੂ ਤੋਂ ਪ੍ਰਮੋਸ਼ਨ ਚੱਲਦੇ ਆ ਰਹੇ ਨੇ, ਜਿਹਦੇ ਵਿੱਚ ਇੱਕ ਫਿਕਸ ਰੋਲ ਦਿੱਤਾ ਜਾਂਦਾ ਹੈ ਕਿਹੜਾ ਕੰਮ ਲੜਕੇ ਕਰ ਸਕਦੇ ਨੇ ਔਰ ਕਿਹੜੇ ਕੰਮ ਲੜਕੀਆਂ ਨਹੀਂ ਕਰ ਸਕਦੀਆਂ, ਠੀਕ ਹੈ। ਲਾਈਕ ਅੱਗੇ ਆ ਗਿਆ ਐਜੂਕੇਸ਼ਨ ਇੰਪਲੀਕੇਸ਼ਨ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਚੁੱਕਿਆ ਸੀ, ਆਮ ਟੀਚਰ ਦੇ ਜ਼ਰੀਏ ਤੁਸੀਂ ਪੀਐਸ ਟੈਟ ਦਾ ਪੇਪਰ ਕਲੀਅਰ ਕਰਕੇ ਟੀਚਰ ਬਣਨਾ ਹੈ। ਤੁਹਾਡੇ ਵਿਚਕਾਰ ਵੀ ਇਹ ਚੀਜ਼ਾਂ ਚੱਲਦੀਆਂ ਨੇ, ਤੁਸੀਂ ਵੀ ਇਹ ਚੀਜ਼ਾਂ ਕਰੋਗੇ। ਲਾਈਕ ਅਸੀਂ ਵੀ ਉਹੀ ਚੀਜ਼ਾਂ ਕਰਦੇ ਹਾਂ। ਮੇਲ ਨੂੰ ਅਲੱਗ ਬਿਠਾ ਦਿੰਦੇ ਆ, ਕਾਲਜ ਦੇ ਵਿੱਚ ਇਕੱਠੇ ਬੈਠਦੇ ਨੇ ਚਾਹੇ, ਲੇਕਿਨ ਸਕੂਲ ਦੇ ਵਿੱਚ ਜੋ ਪਹਿਲਾਂ ਹੀ ਨੋਸ਼ਨ ਚੱਲਦੇ ਆ ਰਹੇ ਨੇ ਕਿ ਮੇਲ ਅਲੱਗ ਬੈਠਣਗੇ ਬੱਚੇ, ਲੜਕੀਆਂ ਅਲੱਗ ਬੈਠਣਗੀਆਂ, ਲੜਕੇ ਅਲੱਗ ਬੈਠਣਗੇ। ਇਹੀ ਭੇਦਭਾਵ ਨੂੰ ਐਜੂਕੇਸ਼ਨ ਇੰਪਲੀਕੇਸ਼ਨ ਦੇ ਜ਼ਰੀਏ ਕੀ ਕੀਤਾ ਜਾ ਸਕਦਾ ਹੈ? ਯੂਜ਼ ਕੀਤਾ ਜਾ ਸਕਦਾ ਹੈ। ਈਵਨ ਕਿ ਅਗਰ ਮੈਂ ਗੱਲ ਕਰਾਂ, ਜਿਵੇਂ ਕਿ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਕਿ ਕੁਝ ਐਸੀ ਚੀਜ਼ਾਂ ਦੇਣੀ ਚਾਹੁੰਦੇ ਨੇ ਕਿ ਉੱਥੇ ਟੀਚਰਸ ਲੜਕਿਆਂ ਔਰ ਲੜਕੀ ਨੂੰ ਇਕੱਠੇ ਬਿਠਾਵੇ, ਓਪਰਚੁਨਿਟੀ ਦੇਣ। ਡਾਂਸ ਕੰਪੀਟੀਸ਼ਨ 'ਚ ਮੋਸਟਲੀ ਲੜਕੇ ਹੀ ਕਿਉਂ ਹੁੰਦੇ, ਲੜਕੇ ਕਿਉਂ ਨਹੀਂ ਹੁੰਦੇ? ਸਪੋਰਟਸ ਕੋਟੇ ਦੀ ਗੱਲ ਕੀਤੀ ਜਾਵੇ, ਸਪੋਰਟਸ ਦੇ ਵਿੱਚ ਲੜਕੇ ਹੀ ਕਿਉਂ ਹੁੰਦੇ, ਜ਼ਿਆਦਾ ਲੜਕੀਆਂ ਕਿਉਂ ਨਹੀਂ ਹੁੰਦੀਆਂ? ਇਹ ਸਾਰੀਆਂ ਐਜੂਕੇਸ਼ਨ ਲਾਈਨ ਦੇ ਵਿੱਚ ਵੀ ਚੱਲਦੀਆਂ ਨੇ। ਕਹਿਣ ਦਾ ਮਤਲਬ ਅਸੀਂ ਆਮ ਟੀਚਰਸ ਵੀ ਕਰਦੇ ਨੇ, ਕਿਹੜੀ ਚੀਜ਼ਾਂ ਲੜਕਿਆਂ ਨੂੰ ਪ੍ਰੋਵਾਈਡ ਕੀਤੀ ਜਾਣਗੀਆਂ, ਕਿਹੜੀ ਚੀਜ਼ਾਂ ਅਸੀਂ ਲੜਕਿਆਂ ਨੂੰ ਪ੍ਰੋਵਾਈਡ ਕਰਨੀਆਂ। ਮੈਥ ਦੇ ਵਿੱਚ ਲੜਕਿਆਂ ਨੂੰ ਹੀ ਕਿਉਂ ਵਧੀਆ ਮੰਨਿਆ ਜਾਂਦਾ, ਲੜਕਿਆਂ ਨੂੰ ਕਿਉਂ ਨਹੀਂ ਵਧੀਆ ਮੰਨਿਆ ਜਾਂਦਾ? ਜਾਂ ਫਿਰ ਸਾਇੰਸ ਦੇ ਵਿੱਚ ਲੜਕੇ ਹੀ ਕਿਉਂ ਅੱਛੇ ਹੁੰਦੇ ਨੇ, ਲੜਕੀਆਂ ਕਿਉਂ ਨਹੀਂ ਅੱਛੀ ਹੁੰਦੀਆਂ? ਇਹ ਕਹਿਣ ਦਾ ਮਤਲਬ ਹੈ ਇੱਕ ਗੱਲ ਸਮਝ ਦੀ ਗੱਲ ਇਹੀ ਹੈ ਕਿ ਅਗਰ ਇਹ ਇੰਡੀਵਿਜੂਅਲ ਡਿਫਰੈਂਸਿਸ ਨੂੰ ਖਤਮ ਕੀਤਾ ਜਾ ਸਕਦਾ ਹੈ ਕਿੰਨਾ ਵਿਚਕਾਰ, ਮੇਲ ਔਰ ਫੀਮੇਲ ਦੇ ਰਾਹੀਂ, ਇਹ ਟੀਚਿੰਗ ਏਡ ਦੇ ਵਿੱਚ ਇਹਨੂੰ ਅਸੀਂ ਦੂਰ ਕਰ ਸਕਦੇ ਹਾਂ। ਮਤਲਬ ਕਿ ਅਸੀਂ ਆਮ ਟੀਚਰ ਹੀ ਇਸ ਚੀਜ਼ ਨੂੰ ਅਸੀਂ ਕੀ ਕਰ ਸਕਦੇ, ਦੂਰ ਕਰ ਸਕਦੇ ਹਾਂ। ਜਿਹੜੀ ਲੜਕੀ ਸਕੂਲ ਦੇ ਵਿੱਚ ਪੜ੍ਹਾਉਂਦੀ ਪਈ ਹੈ, ਉੱਥੇ ਲੜਕਾ ਕਿਉਂ ਨਹੀਂ ਟੀਚਰ ਬਣ ਸਕਦਾ? ਲੜਕਾ ਬਿਜ਼ਨਸ ਵਿੱਚ ਕਿਉਂ ਜਾਂਦਾ ਹੈ, ਲੜਕਾ ਜੌਬ ਦੇ ਵਿੱਚ ਕਿਉਂ ਜਾਂਦਾ, ਲੜਕੀਆਂ ਕਿਉਂ ਨਹੀਂ ਜਾਂਦੀਆਂ? ਅਗਰ ਇਹੀ ਏਡਸ ਅਸੀਂ ਸਕੂਲ ਦੇ ਵਿੱਚ ਬੱਚੇ ਨੂੰ ਸਮਝਾ ਦਈਏ ਕਿ ਹਾਂ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਜਾਂਦੇ ਨੇ,
कोई भी बंदा कोई भी लड़का या लड़की दूर नहीं हैगी तो ਅਸੀਂ ਮੰਨਾਂਗੇ ਜਿਹੜੀ ਸਾਡੀ ਆਪਣੀ ਗਰਲਸ ਨੇ ਜਾਂ ਫਿਰ ਸਾਡੇ ਆਪਣੇ ਬॉयਜ਼ ਨੇ ਦੋਨੋਂ ਇੱਕ ਦੂਜੇ ਦੇ ਕੀ ਹੋਣਗੇ ਇਕੁਅਲ ਹੋਣਗੇ ਲਾਈਕ ਕੋਈ ਵੀ ਇੱਕ ਦੂਜੇ ਨਾਲ ਅਲੱਗ ਨਹੀਂ ਹੈਗਾ ਦੋਨੋਂ ਚੀਜ਼ਾਂ ਸਾਡੇ ਵਾਸਤੇ ਕੀ ਹੋਣਗੀਆਂ ਇਕੁਅਲ ਹੋਣਗੀਆਂ ਇਹ ਧਿਆਨ ਰੱਖਿਓ ਇਹ ਤਾਂ ਹੀ ਦੂਰ ਹੋਣਗੇ ਜੇ ਪ੍ਰੋਪਰ ਬੱਚੇ ਨੂੰ ਕੀ ਦਿੱਤੀ ਜਾਊਗੀ ਰਾਈਟਸ ਦਿੱਤੇ ਜਾਂਦੇ ਨੇ ਪ੍ਰੋਪਰ ਕੀ ਦਿੱਤੇ ਜਾਂਦੀਆਂ ਨੇ ਓਪਰਚੁਨਿਟੀਜ਼ ਦਿੱਤੀ ਜਾਂਦੇ ਨੇ ਹੁਣ ਜਾਏ ਕਿ ਜਿਵੇਂ ਕਿ ਤੁਹਾਡੇ ਸਾਹਮਣੇ ਪਿਕਚਰ ਹੈ ਪਿਕਚਰ ਦੇ ਵਿੱਚ ਇੱਕ ਫੈਮਿਲੀ ਹੈ ਫੈਮਿਲੀ ਦੇ ਵਿੱਚ ਇੱਕ ਲੜਕਾ ਹੈ ਇੱਕ ਲੜਕੀ ਹੈ ਹੁਣ ਲੜਕਾ ਇਹ ਇੱਕ ਕਿਚਨ ਦੇ ਵਿੱਚ ਵੀ ਕੰਮ ਕਰਾਉਂਦਾ ਹੈ ਜਿਹਦੇ ਐਪਰਨ ਬੰਨਿਆ ਹੋਇਆ ਇਹ ਇੱਕ ਲੜਕੀ ਹੈ ਜਿਹਦੇ ਵੀ ਐਪਰਨ ਬੰਨਿਆ ਹੋਇਆ ਉਹ ਵੀ ਕਿਚਨ 'ਚ ਕੰਮ ਕਰ ਰਹੀ ਹੈ ਇਹ ਲੜਕੀ ਕੀ ਪਤਾ ਜੋਬ ਵੀ ਕਰਦੀ ਹੋਵੇ ਇਹ ਲੜਕਾ ਜੋਬ ਵੀ ਕਰ ਸਕਦਾ ਬਿਜ਼ਨਸ ਵੀ ਕਰ ਸਕਦਾ ਮਤਲਬ ਕਿ ਇਹ ਤਾਂ ਹੀ ਪਿਕਚਰ ਸਕਸੈਸਫੁਲ ਹੋਏਗੀ ਜੇ ਓਬਵੀਅਸ ਹੈ ਐਜੂਕੇਸ਼ਨ ਇੰਪਲੀਕੇਸ਼ਨ ਦਿੱਤੀ ਜਾਣਗੀਆਂ ਕੁਝ ਨੋਸ਼ਨਸ ਨੂੰ ਰਿਮੂਵ ਕੀਤਾ ਜਾ ਸਕਦਾ ਹੈ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਐਕਸੈਪਟ ਕਰੇਗੀ ਜੇ ਹਰੇਕ ਮੇਲ ਨੂੰ मतलब कि फीमेल जेंडर ਨੂੰ और मेल जेंडर ਨੂੰ ਕੀ ਦਿੱਤੇ ਜਾਣਗੇ ਉੱਪਰ ਪ੍ਰੋਪਰ ਓਪਰਚੁਨਿਟੀਜ਼ ਦਿੱਤੀ ਜਾਣਗੀਆਂ ਠੀਕ ਹੈ ਬੱਚਾ ਕਲੀਅਰ ਹੈ ਕੋਈ ਡਾਊਟ ਹੈ ਇਸ ਵਿੱਚ ਦੈਨ ਆਫਟਰ ਦੈਨ ਸਾਡੇ ਆਉਂਦੇ ਨੇ MCQs ਠੀਕ ਹੈ ਕੋਈ ਡਾਊਟ ਇਸ ਦਾ MCQs ਤੋਂ ਪਹਿਲਾਂ ਕੋਈ ਵੀ ਡਾਊਟ ਥੈਂਕ ਯੂ ਹੈਪੀ ਚਲੋ ਜੀ ਅੱਗੇ ਦੇਖੋ ਬੱਚੇ ਸਾਡੇ ਵਾਸਤੇ ਕੀ ਹੈ MCQs ਦੀ ਗੱਲ ਕਰ ਰਹੇ ਹਾਂ ਜੈਂਡਰ ਇਜ਼ AON ਸਾਡੇ ਵਾਸਤੇ ਕੀ ਹੋਏਗਾ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਇੱਕ ਜਿਹੜਾ ਸੈਕਸ ਵਰਡ ਹੈ ਉਹ ਸਾਡੇ ਵਾਸਤੇ ਬਾਇਓਲੋਜੀਕਲ ਡਿਵਰਸਿਟੀ ਨੂੰ ਲੈ ਕੇ ਆਉਂਦਾ ਹੈ ਮਤਲਬ ਕਿ ਜਿਹੜਾ ਇੱਕ ਸੈਕਸ ਵਰਡ ਹੈ ਉਹ ਬਾਇਓਲੋਜੀਕਲ ਫੈਕਟਰਸ ਨੂੰ ਲੈ ਕੇ ਚੱਲਦਾ ਸੀ ਇੱਕ ਜਿਹੜਾ ਜੈਂਡਰ ਵਰਡ ਹੈ ਮੈਨ ਔਰ ਵੂਮੈਨ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਸੋਸਾਇਟੀ ਬਣਾਉਂਦੀ ਹੈ ਠੀਕ ਹੈ ਸ਼ੁਰੂ ਤੋਂ ਨਹੀਂ ਦੇਖਿਆ ਜਾਂਦਾ ਕਿ ਮੇਲ ਹੋਇਆ ਤੈਨੂੰ ਆਹ ਕੰਮ ਦੇਣੇ ਆ ਫੀਮੇਲ ਹੋਈ ਤੈਨੂੰ ਆਹ ਕੰਮ ਦੇਣੇ ਆ ਠੀਕ ਹੈ ਉਹ ਨਹੀਂ ਕੀਤਾ ਜਾਂਦਾ ਲੇਕਿਨ ਸੋਸਾਇਟੀ 'ਚ ਜਦੋਂ ਬਾਹਰ ਨਿਕਲਦੇ ਹਾਂ ਤਾਂ ਉੱਥੇ ਡਿਫਰੈਂਸੀਏਸ਼ਨ ਆ ਜਾਂਦੀ ਹੈ ਕਿੰਨਾ ਵਿਚਕਾਰ ਮੇਲ ਔਰ ਵੂਮਨ ਦੇ ਵਿੱਚ ਇੱਕ ਜੈਂਡਰ ਵਰਡ ਨੂੰ ਅਸੀਂ ਕਿਹੜੇ ਵਰਡ ਨਾਲ ਜੋੜਦੇ ਹਾਂ ਸੋਸ਼ਲ ਕੰਸਟਰਕਟ ਦੇ ਨਾਲ ਜੋੜਦੇ ਜਿਵੇਂ ਕਿ ਸਾਡਾ ਆਨਸਰ ਬਣਦਾ ਹੈ ਲਾਈਕ ਦੂਸਰਾ ਕੁਐਸਚਨ ਦੇਖੋ ਕਹਿੰਦਾ ਕੀ ਹੈ ਬੜਾ ਅੱਛਾ ਕੁਐਸਚਨ ਹੈ ਕਹਿੰਦਾ ਆ ਟੈਕਸਟ ਬੁੱਕ ਆਫ ਦੀ ਕਲਾਸ 8th ਕਲਾਸ ਇੱਕ ਬੁੱਕ ਹੈ ਠੀਕ ਹੈ ਜਿਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਵੂਮਨ ਆਰ ਟੀਚਰਸ ਐਂਡ ਮੇਡ ਲੜਕੀਆਂ ਜਿਹੜੀ ਹੁੰਦੀਆਂ ਨੇ ਉਹ ਅਧਿਆਪਕ ਹੁੰਦੀਆਂ ਨੇ ਜਾਂ ਫਿਰ ਕੰਮ ਕਰਨ ਵਾਲੀ ਮੇਡਸ ਨੌਕਰਾਨੀਆਂ ਹੁੰਦੀਆਂ ਨੇ ਠੀਕ ਹੈ ਜੋ ਘਰ ਦੇ ਵਿੱਚ ਕੰਮ ਕਰਦੀਆਂ ਨੇ ਪਰ ਜਿਹੜੇ ਮੈਨ ਹੁੰਦੇ ਨੇ ਉਹ ਡਾਕਟਰ ਹੁੰਦੇ ਨੇ ਐਂਡ ਪਾਇਲਟਸ ਹੁੰਦੇ ਨੇ ਇਸ ਟਾਈਪ ਦੀ ਡਿਪਿਕਸ਼ਨ ਨੂੰ ਅਸੀਂ ਕੀ ਬੋਲਦੇ ਹਾਂ ਠੀਕ ਹੈ ਤੁਹਾਨੂੰ ਦੱਸਿਆ ਸੀਗਾ ਲੜਕੀਆਂ ਨੂੰ ਸ਼ੁਰੂ ਤੋਂ ਹੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਸ਼ੁਰੂ ਤੋਂ ਮਤਲਬ ਇੱਥੇ ਕੀ ਆ ਜਾਣਗੇ ਨੋਸ਼ਨਸ ਆ ਜਾਣਗੇ ਨੋਸ਼ਨ ਮਤਲਬ ਸ਼ੁਰੂ ਤੋਂ ਹੀ ਕਲਚਰ ਬਣਿਆ ਹੋਇਆ ਹੈ ਵੀ ਇਹ ਚੀਜ਼ਾਂ ਹੋਣੀ ਚਾਹੀਦੀਆਂ ਮੈਨ ਦੇ ਹੱਥ ਦੇ ਵਿੱਚ ਇਹ ਚੀਜ਼ਾਂ ਹੋਣੀ ਚਾਹੀਦੀਆਂ ਵੂਮਨ ਦੇ ਹੱਥ ਦੇ ਵਿੱਚ ਇਸ ਤਰ੍ਹਾਂ ਦੀ ਡਿਪਿਕਸ਼ਨ ਨੂੰ ਅਸੀਂ ਕੀ ਬੋਲਦੇ ਹਾਂ ਇਸ ਚੀਜ਼ ਦੀ ਡਿਪਿਕਸ਼ਨ ਨੂੰ ਤੁਹਾਨੂੰ ਕਹਿ ਜਿੱਥੇ ਨੋਸ਼ਨ ਵਰਡ ਜੁੜ ਜੂਗਾ ਉੱਥੇ ਕਿਹੜਾ ਵਰਡ ਆਊਗਾ ਜੈਂਡਰ ਸਟੀਰੀਓਟਾਈਪਿੰਗ ਆਊਗਾ ਇਹ ਸਾਡੇ ਵਾਸਤੇ ਕੀ ਬਣਦਾ ਆਨਸਰ ਬਣਦਾ ਠੀਕ ਹੈ ਨੈਕਸਟ ਆਓ ਅਗਲਾ ਕੁਐਸਚਨ ਅਗਲੇ ਕੁਐਸਚਨ 'ਚ ਕਹਿੰਦਾ ਕੀ ਆ ਅ ਟੀਚਰ ਰਿਮਾਰਕਸ ਇਨ ਦਾ ਕੋ ਐਜੂਕੇਸ਼ਨ ਹੁਣ ਕੋ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਜਿੱਥੇ ਮੇਲ ਵੀ ਹੋਣਗੇ ਔਰ ਜਿੱਥੇ ਫੀਮੇਲ ਵੀ ਹੋਣਗੀਆਂ ਦੋਨੋਂ ਆਪਸ ਵਿੱਚ ਪੜ੍ਹਦੇ ਹੋਏ ਨੇ ਲੇਕਿਨ ਉੱਥੇ ਜਿਹੜੇ ਟੀਚਰ ਹੈ ਉਹ ਸਿਰਫ ਇੱਕ ਬॉयਜ਼ ਨੂੰ ਰਿਮਾਰਕਸ ਦਿੰਦਾ ਹੈ ਔਰ ਰਿਮਾਰਕਸ ਚਾਹੇ ਨੈਗੇਟਿਵ ਵੀ ਹੋ ਸਕਦਾ ਹੈ ਔਰ ਰਿਮਾਰਕਸ ਚਾਹੇ ਸਾਡੇ ਵਾਸਤੇ ਪੋਜ਼ਿਟਿਵ ਵੀ ਹੋ ਸਕਦਾ ਹੈ ਉੱਥੇ ਟੀਚਰ ਬੱਚੇ ਲੜਕਿਆਂ ਨੂੰ ਕੀ ਕਹਿੰਦਾ ਹੈ ਲੜਕਿਆਂ ਨੂੰ ਬੀ ਬॉयਜ਼ ਲੜਕੇ ਬਣੋ ਲੜਕੀਆਂ ਨਾ ਬਣੋ ਕਾਰਨ ਕੀ ਹੈ ਤੁਸੀਂ ਸਟਰੋਂਗ ਬਣੋ ਮਤਲਬ ਕਿ ਹਰੇਕ ਚੀਜ਼ ਨੂੰ ਕਰਕੇ ਦਿਖਾਓ ਉੱਥੇ ਲੜਕੀਆਂ ਨੂੰ ਕੀ ਦੱਸਿਆ ਗਿਆ ਨੈਗੇਟਿਵ ਦੱਸਿਆ ਗਿਆ ਨੈਗੇਟਿਵ ਮਤਲਬ ਲੜਕੀਆਂ ਜ਼ਿਆਦਾ ਇਮੋਸ਼ਨਲ ਹੁੰਦੀਆਂ ਨੇ ਪਰ ਲੜਕਿਆਂ ਨੂੰ ਕੀ ਬਣਾਇਆ ਗਿਆ ਉੱਥੇ ਪੋਜ਼ਿਟਿਵ ਬਣਾਇਆ ਗਿਆ ਇਸ ਤਰ੍ਹਾਂ ਦੀ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ ਓਬਵੀਅਸ ਹੈ ਇੱਥੇ ਬੋਲਿਆ ਜਾਂਦਾ ਕਿਉਂਕਿ ਨੋਸ਼ਨਸ ਨੇ ਕਿਉਂਕਿ ਲੜਕੀਆਂ ਨੂੰ ਅੱਜ ਵੀ ਪੈਰ ਦੀ ਜੁੱਤੀ ਮੰਨਿਆ ਜਾਂਦਾ ਹੈ ਉਹ ਸਾਡੇ ਵਾਸਤੇ ਆਊਗਾ ਰਿਫਲੈਕਟ ਸਟੀਰੀਓਟਾਈਪਿੰਗ ਜਿਹਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਜਾਊਗਾ ਕਿੰਨਾ ਵਿਚਕਾਰ ਮੈਨ ਵਿਚਕਾਰ ਔਰ ਵੂਮਨ ਵਿਚਕਾਰ ਮਤਲਬ ਬॉयਜ਼ ਐਂਡ ਗਰਲਸ ਦੇ ਵਿੱਚ ਕੀ ਕੀਤਾ ਜਾਊਗਾ ਇਹਦੇ ਵਿੱਚ ਡਿਸਕ੍ਰਿਮੀਨੇਸ਼ਨ ਕੀਤਾ ਜਾਊਗਾ ਹੁਣ ਧਿਆਨ ਰੱਖਿਓ ਇਹ 'ਚ ਮੈंने ਕਾਸਟ ਦੀ ਗੱਲ ਨਹੀਂ ਕੀਤੀ ਇੱਥੇ ਮੈंने ਕੋਈ ਬॉयਜ਼ ਐਗਜ਼ਾਮਪਲ ਦੀ ਗੁੱਡ ਡੀਲਿੰਗ ਦੀ ਗੱਲ ਨਹੀਂ ਕੀਤੀ ਗੁੱਡ ਡੀਲਿੰਗ ਮਤਲਬ ਇੱਥੇ ਨੈਗੇਟਿਵ ਪੋਜ਼ਿਟਿਵ ਪੁਆਇੰਟ ਨਹੀਂ ਕੱਢੇ ਇੱਥੇ ਗੱਲ ਦੱਸੀ ਗਈ ਹੈ ਵੀ ਬॉयਜ਼ ਨੂੰ ਸਟਰੋਂਗ ਕਿਹਾ ਗਿਆ ਟੀਚਰ ਦੇ ਕਰਨੀ ਤੋਂ ਲੇਕਿਨ ਲੜਕੀਆਂ ਨੂੰ ਕੀ ਕੀਤਾ ਗਿਆ ਨਿਗੇਟ ਕੀਤਾ ਗਿਆ ਨਿਗਲੈਕਟ ਕੀਤਾ ਗਿਆ ਇੱਥੇ ਮੈंने ਕੋਈ ਤੁਹਾਡੇ ਸੈਕਸ ਦੀ ਗੱਲ ਨਹੀਂ ਕੀਤੀ ਇੱਥੇ ਮੈਂ ਗੱਲ ਕਾਹਦੀ ਕੀਤੀ ਹੈ ਜੈਂਡਰ ਦੀ ਗੱਲ ਕੀਤੀ ਹੈ ਇਹ ਧਿਆਨ ਰੱਖਿਓ ਜਿਹੜੇ ਜੈਂਡਰ ਵਰਡ ਹੈ ਕਿੱਥੋਂ ਜੁੜਿਆ ਸੀ ਸੋਸਾਇਟੀ ਦਾ ਜੋ ਸਾਡੇ ਟੌਪਿਕ ਦਾ ਨਾਮ ਹੈ ਸੋਸ਼ਲ ਕੰਸਟਰਕਟ ਨੈਕਸਟ ਆਓ ਅਗਲਾ ਕੁਐਸਚਨ ਇਹ ਕੁਐਸਚਨ ਫੀਚਰਸ ਅਸਾਈਨ ਡਿਊ ਟੂ ਸੋਸ਼ਲ ਰੋਲ ਕਹਿੰਦਾ ਜਿਹੜੇ ਸੋਸ਼ਲ ਰੋਲ ਮਤਲਬ ਜਿਹੜੇ ਫੀਚਰਸ ਦਿੱਤੇ ਗਏ ਨੇ ਕਹਿੰਦੇ ਸੋਸ਼ਲ ਰੋਲਸ ਨੂੰ ਦਿੱਤੇ ਗਏ ਨੇ ਬਾਇਓਲੋਜੀਕਲ ਰੋਲਸ ਨੂੰ ਦਿੱਤੇ ਗਏ ਲਾਈਕ ਅਗਰ ਗੱਲ ਕਰਾਂ ਦੋਨਾਂ 'ਚ ਕੀ ਫਰਕ ਹੈ ਸੋਸ਼ਲ ਰੋਲਸ ਕੀ ਹੁੰਦੇ ਨੇ ਬਾਇਓਲੋਜੀਕਲ ਰੋਲਸ ਕੀ ਹੁੰਦੇ ਨੇ ਲਾਈਕ ਤੁਹਾਡੇ ਸਾਹਮਣੇ ਇੱਕ ਵਰਡ ਲਿਖਿਆ ਹੋਇਆ ਬਾਇਓਲੋਜੀਕਲ ਐਡੋਮੈਂਟ ਬਾਇਓਲੋਜੀਕਲ ਐਡੋਮੈਂਟ ਮਤਲਬ ਹੁੰਦਾ ਗੋਡ ਗਿਫਟਡ ਐਡੋਮੈਂਟ ਹੁੰਦਾ ਐਂਡੋ ਮਤਲਬ ਹੁੰਦਾ ਗਿਫਟ ਦੇਣਾ ਬਾਇਓਲੋਜੀਕਲ ਐਡੋਮੈਂਟ ਕੀ ਹੋਊਗਾ ਲੜਕੀ ਹੀ ਪ੍ਰੈਗਨੈਂਟ ਹੁੰਦੀ ਹੈ ਲੜਕੀ ਹੀ ਡਿਲੀਵਰੀ ਕਰ ਸਕਦੀ ਹੈ ਲੜਕਾ ਪ੍ਰੈਗਨੈਂਟ ਨਹੀਂ ਹੋ ਸਕਦਾ ਮਤਲਬ ਕਿ ਇੱਕ ਪਰਮਾਤਮਾ ਕਰਨੀ ਤੋਂ ਦਾਤ ਬਖਸ਼ੀ ਹੈ ਪਰਮਾਤਮਾ ਨੇ ਲੜਕੀਆਂ ਨੂੰ ਕਿ ਹਾਂ ਪ੍ਰੈਗਨੈਂਸੀ ਵੀ ਲੜਕੀ ਹੀ ਹੁੰਦੀਆਂ ਨੇ ਇਹ ਸਾਡੇ ਵਾਸਤੇ ਬਾਇਓਲੋਜੀਕਲ ਐਡੋਮੈਂਟ ਹੈ ਲੇਕਿਨ ਜਿਹੜਾ ਫੀਚਰ ਸੋਸਾਇਟੀ ਨੂੰ ਦਿੱਤਾ ਗਿਆ ਉਹ ਸੋਸਾਇਟੀ ਨੇ ਕਿਹੜਾ ਫੀਚਰ ਦਿੱਤਾ ਮੈਨ ਔਰ ਵੂਮੈਨ ਨੂੰ ਕਿ ਜਿਹੜਾ ਕੰਮ ਮੈਨ ਕਰ ਸਕਦੇ ਨੇ
ਉਹ ਵੂਮਨ ਹੀ ਕਰ ਸਕਦੀਆਂ, ਜਿਹੜਾ ਕੰਮ ਵੂਮਨ ਕਰ ਸਕਦੇ ਆ ਉਹ ਮੈਨ ਨਹੀਂ ਕਰ ਸਕਦੇ। ਕਹਿਣ ਦਾ ਮਤਲਬ ਇਹ ਜਿਹੜੇ ਫੀਚਰਸ ਦਿੱਤੇ ਗਏ ਨੇ ਸੁਸਾਇਟੀ ਕਰਨੀ ਤੋਂ, ਉਹ ਇਕੱਲੇ ਸਿਰਫ ਸੁਸਾਇਟੀ ਦੀ ਕਰਨੀ ਤੋਂ ਮੇਲ ਔਰ ਫੀਮੇਲ ਦਿੱਤੇ ਗਏ ਨੇ, ਉਸ ਨੂੰ ਅਸੀਂ ਕਿਹੜਾ ਰੋਲ ਬੋਲਦੇ ਆ? ਜੈਂਡਰ ਰੋਲ ਸਟੀਰੀਓਟਾਈਪ ਬੋਲਦੇ ਆ। ਤੁਹਾਨੂੰ ਇਹ ਵੀ ਸਮਝਾਇਆ ਸੀ ਜੈਂਡਰ ਰੋਲ 'ਚ ਕੀ ਹੁੰਦਾ ਹੈ, ਫਿਕਸਡ ਰੋਲ ਦਿੱਤਾ ਜਾਂਦਾ ਹੈ, ਕਿਹੜਾ ਕੰਮ ਮੇਲ ਨੇ ਕਰਨਾ ਹੈ ਉਹ ਕਿਹੜਾ ਕੰਮ ਫੀਮੇਲ ਨੇ ਕਰਨਾ ਹੈ। ਇਹਦੇ ਵਿੱਚ ਅਸੀਂ ਕੱਲ ਬਾਇਓਲੋਜੀਕਲ ਐਡੋਮੈਂਟ ਦੀ ਗੱਲ ਨਹੀਂ ਕਰਦੇ। ਬਾਇਓਲੋਜੀਕਲ ਐਡੋਮੈਂਟ ਦੇ ਵਿੱਚ ਹੁੰਦਾ ਹੈ ਬਾਇਓਲੋਜੀਕਲ ਫੈਕਟਰਸ, ਵੀ ਕਿਹੜੇ ਕੰਮ ਓਬਵੀਅਸ ਲੜਕੀ ਦੇ ਹੱਥ 'ਚ ਨੇ ਉਹ ਲੜਕੀ ਹੀ ਕਰੂਗੀ, ਹੋਰ ਨਹੀਂ ਕੋਈ ਕਰ ਸਕਦਾ। ਲੇਕਿਨ ਜਿਹੜੇ ਸੋਸ਼ਲ ਰੋਲ ਨੇ ਉੱਥੇ ਦੋਨੋਂ ਬਰਾਬਰ ਦੇ ਕੰਮ ਕਰ ਸਕਦੇ ਨੇ, ਮੇਲ ਵੀ ਕਰ ਸਕਦਾ ਹੈ ਔਰ ਫੀਮੇਲ ਵੀ ਕਰ ਸਕਦੀ ਹੈ। ਠੀਕ ਹੈ ਜੀ। ਨੈਕਸਟ ਆਓ, ਅਗਲਾ ਪੁਆਇੰਟ ਹੈ, ਅਗਲਾ ਕੁਐਸਚਨ ਹੈ ਪ੍ਰਿੰਟ ਮੀਡੀਆ ਐਂਡ ਇਲੈਕਟ੍ਰੋਨਿਕ ਮਸਟ ਪ੍ਰੋਜੈਕਟ। ਹੁਣ ਉਹ ਵੀ ਤੁਹਾਨੂੰ ਦੱਸਿਆ ਸੀ ਪ੍ਰਿੰਟ ਮੀਡੀਆ ਕੀ ਹੁੰਦਾ ਹੈ, ਪ੍ਰੋਜੈਕਟ ਮੀਡੀਆ ਕੀ ਹੁੰਦਾ ਹੈ। ਲਾਈਕ ਸਰਫ ਐਕਸਲ ਦੀ ਐਡ ਦੇ ਵਿੱਚ ਮੋਸਟਲੀ ਲੜਕੀਆਂ ਹੀ ਕਿਉਂ ਹੁੰਦੀਆਂ ਨੇ, ਹਾਰਪਿਕ ਦੀ ਐਡ ਦੇ ਵਿੱਚ ਮੋਸਟਲੀ ਲੜਕੇ ਕੀ ਹੁੰਦੇ ਨੇ। ਇਹ ਸਾਡੇ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਛੱਡ ਕੇ ਜਾਂਦੇ ਨੇ? ਪੋਜ਼ਿਟਿਵ ਇਫੈਕਟ ਵੀ ਹੋ ਸਕਦੇ ਨੇ, ਨੈਗੇਟਿਵ ਇਫੈਕਟ ਵੀ ਹੋ ਸਕਦੇ ਨੇ, ਕਿਹੜੇ ਇਫੈਕਟ ਹੋ ਸਕਦੇ ਨੇ? ਦੇਖੋ ਕਹਿੰਦਾ ਮਤਲਬ ਕੀ ਹੈ, ਫਸਟ ਆਪਸ਼ਨ ਹੈ ਅਗਰ ਮੈਂ ਸਰਫ ਐਕਸਲ ਦੀ ਗੱਲ ਕਰਾਂ ਤਾਂ ਓਬਵੀਅਸ ਹੈ ਨੈਗੇਟਿਵ ਸਲਾਈਡ ਤੱਕ ਕਦੀ ਸਟੇ ਨਹੀਂ ਸਕਦੀਆਂ, ਕਿਉਂਕਿ ਕभी ਕੋਈ ਵੀ ਕੰਪਨੀ ਆਪਣੀ ਜਿਹੜੀ ਐਡਵਰਟਾਈਜ਼ ਹੋਊਗੀ ਉਹ ਨੈਗੇਟਿਵ ਸੈਂਸ ਨਹੀਂ ਦੇ ਸਕਦੀ, ਔਰ ਬਹੁਤੀਆਂ ਕੰਪਨੀਆਂ ਪੋਜ਼ਿਟਿਵ ਸੈਂਸ ਵੀ ਨਹੀਂ ਦਿੰਦੀਆਂ। ਮਤਲਬ ਕਿ ਫਿਰ ਕਿਹੜੀ ਸੈਂਸ ਹੋ ਸਕਦੀ ਹੈ? ਨੈਗੇਟਿਵ ਵੀ ਹੋ ਸਕਦੀ ਹੈ ਔਰ ਪੋਜ਼ਿਟਿਵ ਵੀ ਹੋ ਸਕਦੀ ਹੈ। ਮਤਲਬ ਕਿ ਕਹਿਣ ਦਾ ਮਤਲਬ ਜਿਹੜਾ ਪ੍ਰਿੰਟ ਮੀਡੀਆ ਜਿਹੜੀ ਐਡ ਹੁੰਦੀ ਹੈ ਉਹ ਦੋਨੋਂ ਫੈਕਟਰਸ ਦੇ ਕੇ ਜਾਂਦੀ ਹੈ। ਵੀ ਲਾਈਕ ਤੁਹਾਨੂੰ ਸਰਫ ਐਕਸਲ ਦੀ ਐਡ ਦੇਖੀ ਹੋਊਗੀ, ਇੱਕ ਬਾਲਟੀ ਦੇ ਵਿੱਚ ਨੋਰਮਲ ਸਰਫ ਪਾ ਦਿੱਤਾ ਜਾਂਦਾ ਹੈ, ਇੱਕ ਬਾਲਟੀ ਦੇ ਵਿੱਚ ਏਰੀਅਲ ਸਰਫ ਪਾ ਦਿੱਤਾ ਜਾਂਦਾ ਹੈ। ਉਹਦੇ ਵਿੱਚ ਇੱਕ ਸਰਫ ਨੂੰ ਤਾਂ ਨੈਗੇਟਿਵ ਸੈਂਸ ਦਿੱਤੀ ਜਾਂਦੀ ਹੈ, ਇੱਕ ਸਰਫ ਨੂੰ ਪੋਜ਼ਿਟਿਵ ਸੈਂਸ ਦਿੱਤੀ ਜਾਂਦੀ ਹੈ। ਉੱਥੇ ਦੋਨੋਂ ਸਾਈਡ ਦਿਖਾਈ ਦਿੱਤੀ ਜਾਂਦੀ ਵੀ ਜੇ ਤੁਸੀਂ ਆਪ ਪਰਚੇਸ ਕਰੋਗੇ ਤਾਂ ਤੁਹਾਡਾ ਦਾਗ ਉਤਰੂਗਾ ਕਿ ਨਹੀਂ ਉਤਰੂਗਾ, ਜੇ ਤੁਸੀਂ ਬਾਕੀ ਏਰੀਅਲ ਪਰਚੇਸ ਕਰੋਗੇ ਤਾਂ ਜਿਹੜਾ ਉਹਦਾ ਦਾਗ ਹੈ ਔਰ ਜੜ ਤੱਕ ਉਹਨੂੰ ਕੀ ਕਰੂਗਾ, ਖਤਮ ਕਰੂਗਾ। ਲਾਈਕ ਇਹ ਨਹੀਂ ਪਤਾ ਜੀ ਜੜ ਤੱਕ ਅਗਰ ਖਤਮ ਵੀ ਕਰਦਾ ਹੈ, ਕੀ ਪਤਾ ਉਹਦੇ ਜਿਹੜੇ ਮਤਲਬ ਜੋ ਵੀ ਉਹਦੇ ਯਾਨਸ ਹੁੰਦੇ ਨੇ, ਧਾਗਾ ਹੁੰਦਾ, ਕੀ ਪਤਾ ਕਮਜ਼ੋਰ ਪੈ ਜਾਏ। ਕੁਝ ਹੁੰਦੇ ਨੇ ਨਾ ਜਿਹੜੇ ਸਰਫ ਹੁੰਦੇ ਨੇ, ਕੁਝ ਉਹ ਸਟਰੋਂਗ ਕੈਮੀਕਲ ਦੇ ਬਣੇ ਹੁੰਦੇ ਨੇ, ਇਸ ਕਰਕੇ ਉਹਦੇ ਕੁਝ ਨੈਗੇਟਿਵ ਪੁਆਇੰਟ ਵੀ ਹੁੰਦੇ ਨੇ, ਕੁਝ ਪੋਜ਼ਿਟਿਵ ਸੈਂਸ ਵੀ ਹੁੰਦੀ ਹੈ। ਠੀਕ ਹੈ ਬੱਚੇ।